ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਰਾਗ ਸੂਹੀ ਮਹਲਾ ਪੰਜਵਾਂ। ਛੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ। ਮਿੱਠ ਬੋਲੜਾ ਜੀ ਹਰ ਸਜਣ ਸੁਆਮੀ ਮੋਰਾ। ਹਉ ਸੰਭਲ ਥਕੀ ਜੀ ਉਹ ਕਦੇ ਨਾ ਬੋਲੇ ਕੌਰਾ। ਮਿੱਠ ਬੋਲੜਾ ਜੀ ਹਰ ਸਜਣ ਸੁਆਮੀ ਮੋਰਾ। ਹਉ ਸੰਭਲ ਥਕੀ ਜੀ ਉਹ ਕਦੇ ਨਾ ਬੋਲੇ ਕੌਰਾ। ਮੈਂ ਖੋਜਤ ਖੋਜਤ ਜੀ ਹਰ ਨਿਹਚਲ ਸੋ ਕਰ ਪਾਇਆ। ਸਭ ਅਧਰੁਵ ਡਿਠੇ ਜਿਉ ਤਾਂ ਚਰਨ ਕਮਲ ਚਿਤ ਲਾਇਆ। ਪ੍ਰਭ ਅਬਿਨਾਸ਼ੀ ਹਉ ਤਿਸ ਕੀ ਦਾਸੀ। ਮਰੈ ਨਾ ਆਵੈ ਜਾਏ। ਧਰਮ ਅਰਥ ਕਾਮ ਸਭ ਪੂਰਨ। ਮਨ ਚਿੰਦੀ ਇਛ ਪੂਜਾਏ। ਸ਼ਰੁਤ ਸਿਮ੍ਰਿਤ ਗੁਣ ਗਾਵਹਿ ਕਰਤੇ। ਸਿੱਧ ਸਾਧਿਕ ਮੁਨ ਜਨ ਧਿਆਇਆ। ਨਾਨਕ ਸ਼ਰਨ ਕਿਰਪਾ ਨਿਧ ਸੁਆਮੀ। ਵੱਡ ਭਾਗੀ ਹਰ ਹਰ ਗਾਇਆ। ਸ਼ਰੁਤ ਸਿਮ੍ਰਿਤ ਗੁਣ ਗਾਵਹਿ ਕਰਤੇ। ਸਿੱਧ ਸਾਧਿਕ ਮੁਨ ਜਨ ਧਿਆਇਆ। ਨਾਨਕ ਸ਼ਰਨ ਕਿਰਪਾ ਨਿਧ ਸੁਆਮੀ। ਵੱਡ ਭਾਗੀ ਹਰ ਹਰ ਗਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਪਾਤਸ਼ਾਹ ਜੀ ਦੀ ਅਪਰਪਾਰ ਅਜ਼ਮਤ ਬਖਸ਼ਿਸ਼ ਸ਼ਾਮ ਸਮੇਂ ਦੀ ਅਸੀਂ ਹਾਜ਼ਰੀ ਭਰ ਰਹੇ ਹਾਂ। ਅਜੇ ਹੁਣੇ ਗੁਰਬਾਣੀ ਕੀਰਤਨ ਸਰੋਤ ਪਾ ਰਹੇ ਸੀਗੇ। ਹੁਣ ਸਮਾਂ ਹੈ ਗੁਰੂ ਸ਼ਬਦ ਵਿਆਖਿਆ ਦਾ। ਇਸ ਵਿੱਚ ਸੂਹੀ ਰਾਗ ਦੀ ਰਚਨਾ ਗੁਰੂ ਅਰਜਨ ਸਾਹਿਬ ਜੀ ਦੁਆਰਾ ਉਚਰਿਤ ਕੀਤੇ ਗਏ ਛੰਤ ਸੰਦੇਸ਼ ਅਸੀਂ ਵਿਚਾਰ ਰਹੇ ਹਾਂ। ਆਪ ਜੀ ਨੇ ਜੋ ਬਚਨ ਸਰਵਨ ਕੀਤਾ ਹੈ, ਇਹ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਹੋ ਸੰਭਲ ਥਕੀ ਜਿਉ ਕਦੇ ਨਾ ਬੋਲੇ ਕੌਰਾ। ਇਸ ਪਾਵਨ ਸ਼ਬਦ ਦਾ ਆਖਰੀ ਬੰਦ ਹੈ। ਪਦਾ ਬਾ ਪਦਾ ਅਸੀਂ ਵਿਚਾਰ ਕਰਦੇ ਹਾਂ ਜਿਵੇਂ ਸਮਾਂ ਸਾਨੂੰ ਅਲਾਓ ਕਰਦਾ ਹੈ। ਆਪ ਜੀ ਨੇ ਬੀਤੇ ਸਮੇਂ ਦੇ ਵਿੱਚ ਪਿਛਲੇ ਤਿੰਨਾਂ ਪਦਿਆਂ ਦਾ ਪਾਠ ਤੇ ਵਿਆਖਿਆ ਸਰਵਨ ਕੀਤੀ ਹੈ। ਅੱਜ 4 ਨੰਬਰ ਪਦਾ ਜਿਸ ਦੀ ਅਸੀਂ ਵਿਆਖਿਆ ਕਰਨ ਦਾ ਯਤਨ ਕਰਾਂਗੇ। ਬਚਨ ਹੈ ਮੈਂ ਖੋਜਤ ਖੋਜਤ ਜੀ ਹਰ ਨਿਹਚਲ ਸੋ ਕਰ ਪਾਇਆ। ਆਪ ਜੀ ਅਹਿਸਾਸ ਕਰੋ ਤੇ ਇਹਦੇ 'ਚ ਉਸ ਕਰਤਾਰ ਦੀ ਗੱਲ ਹੋ ਰਹੀ ਹੈ
ਜਿਸ ਨੇ ਸਭ ਕਾਸੇ ਨੂੰ ਸਿਰਜਿਆ। ਜੇ ਹੋਰ ਇਸ ਨੂੰ ਡੀਪ ਲੈਵਲ ਤੇ ਚਲੇ ਜਾਈਏ ਤੇ ਉਸ ਓੰਕਾਰ ਦੀ ਗੱਲ ਹੋ ਰਹੀ ਹੈ ਜੋ ਸਭ ਕੁਝ ਹੋ ਗਿਆ। ਮਤਲਬ ਸਹੀ ਤਰੀਕੇ ਨਾਲ ਦੇਖਿਆ ਜਾਏ ਤੇ ਬਾਣੀ ਕਹਿ ਰਹੀ ਹੈ ਬਣਾਉਣ ਵਾਲਾ ਆਪਣੀ ਬਣਾਈ ਹੋਈ ਵਸਤ ਰਸਤ ਦੇ ਵਿੱਚ ਹੀ ਹੈ, ਨਾ ਕੁਝ ਉਹਦੇ ਤੋਂ ਬਾਹਰ ਹੈ ਨਾ ਕੁਝ ਉਹਦੇ ਤੋਂ ਦੂਰ ਹੈ। ਸਭ ਉਹ ਆਪ ਹੀ ਵਿਦਮਾਨ ਹੈ ਤੇ ਆਪਣੀ ਖੇਡ ਖਰਾ ਰਿਹਾ ਸਾਰੀ। ਇਸ ਨੂੰ ਸਿਆਸਾ ਕੀ ਵਾਰ ਜਿਸ ਤਰ੍ਹਾਂ ਪੜ੍ਹਦੇ ਹਾਂ, ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀਐ ਕਰ ਆਸਨ ਡਿਠੋ ਚਾਓ। ਉਹ ਆਪ ਹੀ ਕੁਦਰਤ ਸਜਾ ਰਿਹਾ, ਸਜੀ ਹੋਈ ਕੁਦਰਤ ਵਿੱਚ ਆਪ ਸਜ ਕੇ ਬੈਠਾ ਹੈ ਤੇ ਉਹ ਆਸਨ ਲਗਾ ਕੇ ਸਭ ਚਾਅ ਮਲਹਾਰ ਕਰ ਰਿਹਾ ਹੈ। ਇਹ ਕਾਇਨਾਤ ਹੈ ਸਾਰੀ ਇਸ ਰੂਪ ਦੇ ਵਿੱਚ। ਇਹਦੇ ਅੰਦਰ ਹੁਣ ਦੇਖਿਆ ਜਾਏ ਤੇ ਬੰਦਾ, ਖਾਸ ਕਰਕੇ ਮਨੁੱਖ ਜਿਹੜਾ ਇਹ ਕ੍ਰੀਚਰ ਹੈ, ਇਹ ਜਦੋਂ ਵਿਚਰਦਾ ਹੈ ਇਸ ਨੂੰ ਰੂਪ, ਰਸ, ਰੰਗ, ਸੁਗੰਧ ਇਤਨਾ ਪ੍ਰਭਾਵਿਤ ਕਰਦੇ ਨੇ। ਇਹ ਕੁਦਰਤ ਦੇ ਪੂਰੇ ਮੰਜ਼ਰ ਨੂੰ, ਪੂਰੇ ਰੂਪ ਨੂੰ ਆਪਣੇ ਅੰਦਰ ਅਮਾ ਨਹੀਂ ਪਾਉਂਦਾ। ਉਸ ਛੋਟੇ ਜਿਹੇ ਜਿਹੜੀ ਦਕਸ਼ ਆ ਉਹਦੇ ਵਿੱਚ ਗਵਾਚ ਜਾਂਦਾ ਹੈ। ਇਹੀ ਇਲੂਜਨ ਐਕਚੁਅਲ ਲੈਵਲ ਤੇ। ਆਪ ਅਹਿਸਾਸ ਕਰੋ, ਸਪੋਜ਼ ਕੋਈ ਬੰਦਾ ਕਹਿੰਦਾ ਹੈ ਕਿ ਸਿੰਪਲ ਗੱਲ ਕੀਤੀ ਜਾਏ, ਆਹ ਪਦਾਰਥ ਬੜਾ ਟੇਸਟੀ ਹੈ, ਮਿੱਠਾ ਆ, ਕੌੜਾ ਆ, ਸਲੂਣਾ ਆ। ਭਈ ਐਕਚੁਅਲ ਲੈਵਲ ਤੇ ਜਿਹੜੇ ਪਦਾਰਥ ਦੇ ਵਿੱਚ ਰਸ, ਟੇਸਟ ਕੁਛ ਵੀ ਹੈ ਉਹਦੇ ਇਕੱਲੇ ਵਿੱਚ ਨਹੀਂ ਹੈ। ਇਹ ਉਦੋਂ ਹੀ ਟੇਸਟ ਆ ਜਦੋਂ ਉਹ ਪਦਾਰਥ ਤੇਰੇ ਜਿਹੜੇ ਟੇਸਟ ਬਡਸ ਨੇ, ਜਿਹੜਾ ਤੇਰਾ ਅੰਦਰ ਉਹ ਤੇਰੀ ਐਬਿਲਿਟੀ ਹੈ ਉਹਦੇ ਨਾਲ ਉਹਨਾਂ ਨੂੰ ਮੈਚ ਕਰਦੇ ਆ। ਇਹਦਾ ਮਤਲਬ ਪਦਾਰਥ ਦਾ ਰਸ ਤਾਂ ਹੀ ਬਣਦਾ ਜੇ ਉਹ ਤੇਰੇ ਅੰਦਰ ਐਬਿਲਿਟੀ ਹੈ ਮਾਣ ਸਕਣ ਦੀ, ਉਹ ਲੈ ਸਕਣ ਦੀ, ਉਹ ਪ੍ਰਾਪਤ ਕਰ ਸਕਣ ਦੀ। ਬੰਦਾ ਇਕੱਲਾ ਪਦਾਰਥ ਦੇ ਮਗਰ ਭੱਜ ਰਿਹਾ। ਜੋ ਇਹ ਚੀਜ਼ ਦਿੱਤੀ ਗਈ ਹੈ, ਜੋ ਇਹ ਚੀਜ਼ ਹੈ, ਇਸ ਨੂੰ ਨਾ ਤੇ ਵੈਲਿਊ ਕਰਦਾ ਨਾ ਸਮਝਦਾ ਹੀ ਹੈ। ਇਸੇ ਲਈ ਬੰਦੇ ਨੂੰ ਅਹਿਸਾਸ ਇਹ ਲੱਗਦਾ ਕਿ ਸ਼ਾਇਦ ਨਾ ਆਲੇ ਦੁਆਲੀਆਂ ਮਿੱਠੀਆਂ ਫਿੱਕੀਆਂ ਸਲੂਣੀਆਂ ਇਹਨਾਂ ਚੀਜ਼ਾਂ 'ਚੋਂ ਸਭ ਕੁਛ ਹੈ। ਉਹ ਤੇ ਸਿਰਫ ਇੱਕ ਜ਼ਰੀਆ ਬਣਦੇ ਨੇ। ਅਸਲ ਵਿੱਚ ਰਸ ਤੇਰੇ ਅੰਦਰ ਹੈ, ਇਹਦੇ ਵਿੱਚ ਹੀ ਹੈ। ਹੋਰ ਲੈ ਲਓ, ਹੁਣ ਤੇ ਬੜੀ ਰਿਸਰਚ ਆ ਗਈ ਇਹਦੇ ਉੱਤੇ, ਹਿਊਮਨ ਮਾਈਂਡ ਦੇ ਉੱਤੇ, ਹਿਊਮਨ ਨਿਊਰੋ ਸਿਸਟਮ ਦੇ ਉੱਤੇ, ਨਿਊਰੋਲੋਜੀ ਦੇ ਉੱਤੇ, ਕਿ ਜਦੋਂ ਕੋਈ ਸਬਸਟੈਂਸ ਅਸੀਂ ਲੈਂਦੇ ਹਾਂ ਜਿਹਨੂੰ ਨਸ਼ਾ ਕਰਨਾ ਲੋਕੀ ਕਹਿੰਦੇ ਨੇ, ਉਹ ਅਲਕੋਹਲ ਹੋ ਸਕਦਾ ਹੈ, ਉਹ ਐਨੀ ਕਾਈਂਡ ਆਫ ਕੋਕਾ ਫੈਮਿਲੀ ਦੇ ਵਿੱਚੋਂ, ਕੋਕੇਨ ਫੈਮਿਲੀ 'ਚੋਂ ਆ ਸਕਦਾ ਹੈ, ਕੁਝ ਓਪੀਐਮ ਫੈਮਿਲੀ 'ਚੋਂ ਆ ਸਕਦਾ ਹੈ, ਜਾਂ ਜਿਹੜੀ ਫੋਰਥ ਕੈਟੇਗਰੀ ਹੈ ਜਿਹਦੇ 'ਚ ਹੋਲੂਸੀਨੇਸ਼ਨ ਆਉਂਦੀ ਹੈ, ਧਤੂਰਾ, ਭੰਗ, ਹੋਰ ਇਹੋ ਜਿਹਾ, ਇਹ ਚੌਥੀ ਫੈਮਿਲੀ ਇਹ ਬਣਦੀ ਹੈ। ਇਹਦੇ 'ਚੋਂ ਲੈ ਲਵੋ। ਇਸ ਕਿਸੇ ਫੈਮਿਲੀ 'ਚੋਂ ਕੋਈ ਚੀਜ਼ ਆ ਰਹੀ ਹੈ, ਅਲਟੀਮੇਟਲੀ ਉਹ ਕੰਮ ਕੀ ਕਰਦੀ ਹੈ? ਉਹ ਸਾਡੇ ਬਲੱਡ ਸਟਰੀਮ ਦੇ ਨਾਲ ਜਾ ਕੇ ਸਾਡੇ ਬ੍ਰੇਨ ਦੇ ਵਿੱਚ ਕੁਝ ਖਾਸ ਕੈਮੀਕਲ ਰਿਲੀਜ਼ ਕਰਦੀ ਹੈ। ਉਹ ਜਿਵੇਂ ਹੀ ਕੈਮੀਕਲ ਰਿਲੀਜ਼ ਹੁੰਦੇ ਨੇ, ਬੰਦੇ ਨੂੰ ਯੂਫੋਰੀਆ ਫੀਲ ਹੁੰਦਾ ਹੈ, ਡੋਪਾਮਾਈਨਸ ਰਿਲੀਜ਼ ਹੁੰਦੀ ਹੈ, ਖੁਸ਼ੀ, ਮਸਤੀ, ਸਭ ਹੈ ਤੇ ਅੰਦਰ ਹੀ ਹੈ ਸਾਰਾ ਕੁਛ। ਜਿਹੜੀ ਉਹ ਚੀਜ਼ ਲਿਆ ਵੀ ਰਹੀ ਹੈ, ਜਿਹੜਾ ਉਹ ਸਬਸਟੈਂਸ ਲੈ ਕੇ ਬੰਦਾ ਪ੍ਰਾਪਤ ਕਰ ਰਿਹਾ ਹੈਗਾ, ਐਕਚੁਅਲੀ ਉਹ ਇੰਟਰਵੀਨ ਤੇ ਬਾਡੀ ਵਿੱਚ ਹੀ ਕਰ ਰਹੀ ਹੈ, ਤੇ ਬਲਕਿ ਉਹ ਇੰਟਰਵੀਨ ਕਰਕੇ ਬਾਡੀ ਦੇ ਲਿਵਰ ਨੂੰ ਡੈਮੇਜ ਕਰਦੀ ਹੈ, ਕਿਡਨੀਜ਼ ਨੂੰ ਡੈਮੇਜ ਕਰਦੀ ਹੈ, ਮੈਟਾਬੋਲਿਜ਼ਮ ਨੂੰ ਡੈਮੇਜ ਕਰਦੀ ਹੈ, ਲੌਂਗ ਰਨ ਦੇ ਵਿੱਚ ਬਲੱਡ ਸਟਰੀਮ ਨੂੰ ਜਿਹੜਾ ਹੈਗਾ ਡਿਸਟਰੈਕਟ ਕਰਦੀ ਹੈ, ਕੈਮੀਕਲ ਇੰਬੈਲੈਂਸਮੈਂਟ ਕਰਦੀ ਹੈ, ਸਭ ਕੁਝ। ਪਰ ਹਾਂ, ਵਕਤੀ ਤੌਰ ਤੇ ਥੋੜ੍ਹਾ ਜਿਹਾ ਡੋਪਾਮਾਈਨ ਰਿਲੀਜ਼ ਕਰਾ ਦਿੰਦੀ ਹੈ, ਉਹ ਥੋੜ੍ਹੀ ਜਿਹੀ ਚੀਜ਼ ਆ ਜਾਂਦੀ ਹੈ। ਹੁਣ ਇਹ ਸਭ ਚੀਜ਼ਾਂ ਜਿਹੜੀਆਂ ਨੇ, ਜੇ ਬੰਦਾ ਡੀਪ ਲੈਵਲ ਤੇ ਸਮਝ ਜਾਏ, ਜਿਸ ਤਰੀਕੇ ਦੀ ਸਮਝ ਆ ਜਾਏ, ਤੇ ਕੀ ਬੰਦਾ ਇਹਨਾਂ ਚੀਜ਼ਾਂ ਦੇ ਮਗਰ ਐਵੇਂ ਸ਼ੁਦਾਈ ਹੋਏ, ਪਾਗਲ ਹੋਏ, ਜਿਵੇਂ ਅੱਜ ਸਮਾਜ ਵਿੱਚ ਦੇਖਦੇ ਹਾਂ। ਮੈਂ ਤਾਂ ਬਾਈ ਚਾਂਸ ਬੀਤੇ ਕੱਲ੍ਹ ਹੀ ਡਾਟਾ ਪੜ੍ਹ ਰਿਹਾ ਸੀਗਾ ਕੈਨਾਬਿਸ ਬਾਰੇ, ਅਲਕੋਹਲ ਜਿਹੜਾ ਹੈਗਾ ਉਹਦੀ ਜਿਤਨੀ ਸੇਲ ਹੋਈ ਹੈ ਲਾਸਟ ਈਅਰ ਪੈਂਡੈਮਿਕ ਈਅਰ ਦੇ ਅੰਦਰ, ਮਾਈ ਗੁੱਡਨੈਸ, ਸਕਾਈ ਹਾਈ। ਮਤਲਬ ਇਹ ਕਿ ਮਤਲਬ ਇੱਕ ਤਾਂ ਵੈਸੇ ਹੀ ਲੋਕ ਕੋਵਿਡ-19 ਵਰਗੀ ਹਾਲਤ 'ਚੋਂ ਲੰਘ ਰਹੇ ਨੇ,
उस तो वड्डे लैवल ते प्रॉब्लम ये हो गई कि इन्हां चीज़ां दे मगर लग गए। 2 रोज़ पहला मैं BBC का कार्टून देख रहा सीगा आर्काइव दे उन्हां दे जिहड़ा हैगा ब्लॉग दे विच, ते उहदे चों दिल्ली दी तस्वीर दिखा रहे सीगे, भीड़ लगी है वड्डे लैवल ते ਉਹ ਕਹਿੰਦਾ ਕਿ ਅੱਛਾ ਭੀੜ ਕਾਹਦੇ ਵਾਸਤੇ ਲੱਗੀ ਹੋਣੀ ਹੈ ਕਿ ਇੱਥੇ ਆਕਸੀਜਨ ਦੇ ਸਿਲੰਡਰ ਹੋਣਗੇ ਤਾਂ ਕਰਕੇ ਆਕਸੀਜਨ ਦੀ ਬੜੀ ਕਮੀ। ਉਹ ਕਹਿੰਦੇ ਨਹੀਂ ਐਕਚੁਅਲੀ ਇਹ ਲਿਕਰ ਸਟੋਰ ਹੈ, ਬੰਦ ਹੋ ਜਾਣਾ ਹੈ, ਲੋਕਡਾਊਨ ਲੱਗਣ ਵਾਲਾ ਤੇ ਇਹ ਲੈ ਲਈਏ। ਮਤਲਬ ਹਾਲਤ ਇਹ ਹੈ ਬੰਦੇ ਨੂੰ ਉਸ ਚੀਜ਼ ਦਾ ਫਿਕਰ ਪਿਆ ਵੀ ਆਹ ਨਾ ਮੁੱਕ ਜੇ ਕਿਤੇ, ਇਹ ਅਸੈਂਸ਼ੀਅਲ ਚੀਜ਼ ਹੈ, ਇਹ ਬੜੀ ਜ਼ਰੂਰੀ ਚੀਜ਼ ਹੈ, ਬਾਕੀ ਤੇ ਜੋ ਹੈ ਸੋ ਹੈ। ਸੋ ਇਹੋ ਜਿਹੀ ਹਾਲਤ ਵਿੱਚ ਅੱਜ ਦੇ ਸਮਾਜ ਜਿਹਨੂੰ ਬੜਾ ਐਜੂਕੇਟਡ ਸਮਾਜ ਕਹਿੰਦੇ ਆ ਉਹਦੀ ਹਾਲਤ ਆ। ਜਦੋਂ ਗੁਰਬਾਣੀ ਕਹਿੰਦੇ ਨੇ ਖੋਜ ਕਰੋ, ਆ ਸ਼ਬਦ ਆ ਰਿਹਾ, ਮੈਂ ਖੋਜਤ ਜੀ ਹਰ ਨਿਹਚਲ ਸੋ ਕਰ ਪਾਇਆ। ਖੋਜ ਰੱਬ ਦੀ ਨਹੀਂ ਕਰਨੀ ਹੈ, ਉਹ ਤੇ ਹੈ ਹੀ ਹੈ ਚਾਰ ਚਪੇਰੇ, ਉਹ ਤੇ ਕਾਇਮ ਦਾਇਮ ਆ। ਜਿਹਨੂੰ ਸਾਹਿਬ ਨੇ ਕਿਹਾ ਸੀਗਾ ਕਿ ਉਹ ਜਲ ਥਲ ਮਹੀਲ ਗੁਪਤੋ ਵਰਤੈ, ਹੈ ਗੁਪਤ ਪਰ ਜਲ ਥਲ ਮਹੀਲ ਸਭ ਥਾਂ ਤੇ ਵਰਤ ਰਿਹਾ। ਉਹਦੇ ਤੋਂ ਬਿਨਾਂ ਤਾਂ ਕੁਛ ਵੀ ਨਹੀਂ, ਜ਼ਰਰਾ ਵੀ ਨਹੀਂ ਉਹਦੇ ਤੋਂ ਬਿਨਾਂ। ਤੇ ਫਿਰ ਖੋਜ ਕਾਹਦੀ ਹੈ? ਖੋਜ ਹੈ ਰਿਐਲਿਟੀ ਦੀ, ਸੱਚ ਦੀ। ਬੰਦੇ ਨੇ ਸੱਚ ਲੱਭਣਾ ਆ। ਜਿਸ ਚੀਜ਼ ਨੂੰ ਅਸੀਂ ਸੱਚ ਸਮਝ ਕੇ ਜਿਹਦੇ ਮਗਰ ਭੱਜ ਰਹੇ ਹਾਂ, ਜਿਵੇਂ ਸਪੋਜ਼ ਕਰੋ ਬੰਦੇ ਨੂੰ ਲੱਗਦਾ ਕਿ ਮੈਨੂੰ ਇਹ ਖੁਸ਼ੀ ਦਿੰਦੀ ਹੈ, ਮਸਤੀ ਦਿੰਦੀ ਹੈ, ਉਹ ਭਲੇ ਬੰਦੇ ਵਕਾਰ ਹੈ। ਇਹ ਤੇਰੇ ਅੰਦਰ ਡਿਪੈਂਡੈਂਸੀ ਕ੍ਰੀਏਟ ਕਰੇਗਾ, ਤੇਰੀ ਜਿਹੜੀ ਨਾਰਮਲ ਕੰਡੀਸ਼ਨ ਥੱਲੇ ਲੈ ਆਵੇਗਾ ਤੈਨੂੰ ਉੱਥੋਂ। ਸਾਡਾ ਇੱਕ ਬੜਾ ਵੱਡਾ ਸਕਾਲਰ ਹੈ ਇੱਥੋਂ ਕੈਨੇਡਾ ਦਾ, ਡਾਕਟਰ ਰਿਕ ਸਰਨਿਕ, ਅਕਸਰ ਉਹ ਐਡਿਕਸ਼ਨ ਡਿਪੈਂਡੈਂਸੀ ਇਹਦੇ ਉੱਤੇ ਬਹੁਤ ਸਾਰਾ ਲਿਟਰੇਚਰ ਵੀ ਲਿਖਦਾ ਹੈ, ਲੈਕਚਰਸ ਵੀ ਦਿੰਦਾ ਹੈ ਉਸ ਤਰੀਕੇ ਨਾਲ। ਅਤੇ ਉਹ ਪਹਿਲਾਂ ਉਹਨੇ ਬਹੁਤ ਸਾਰੀ ਕਿਤਾਬਾਂ ਲਿਖੀਆਂ ਡਰੱਗਸ ਦੇ ਅਬਿਊਜ਼ ਬਾਰੇ, ਇਹਨਾਂ ਚੀਜ਼ਾਂ ਬਾਰੇ। ਉਹਨੇ ਰੀਸੈਂਟਲੀ ਕਿਤਾਬ 'ਚ ਲਿਖਿਆ ਵੀ ਆਈ ਨੋ ਇਟ, ਉਹਦਾ ਸਰਨਾਮਾ ਹੀ ਇਹ ਪਾਇਆ, ਆਈ ਨੋ ਇਟ। ਜਦੋਂ ਉਹਦੇ ਬਾਰੇ ਗੱਲ ਹੋਈ ਕਿ ਐਕਚੁਅਲੀ ਇਹ ਸਿਰਨਾਮਾ ਕਿਉਂ ਪਾਇਆ, ਉਹ ਕਹਿੰਦਾ ਇਸ ਕਰਕੇ ਕਿ ਲੋਕਾਂ ਨੂੰ ਇਹ ਕਹਿਣ ਦੀ ਬਜਾਏ ਵੀ ਆਹ ਖਾਓ, ਆਹ ਨਾ ਖਾਓ, ਇਸ ਤਰ੍ਹਾਂ ਖਾਓ, ਇਸ ਤਰ੍ਹਾਂ ਖਾਓ, ਕਹਿੰਦਾ ਇਹ 'ਤੇ ਬਹੁਤ ਜ਼ੋਰ ਲਾ ਲਿਆ, ਛੱਡੋ ਪਰਾਂ। ਕਹਿੰਦੇ ਹੁਣ ਲੋਕਾਂ ਨੂੰ ਇਸ ਗੱਲ 'ਤੇ ਫੋਕਸ ਕਰਾਈਏ ਕਿ ਟਰਾਈ ਟੂ ਮੇਕ ਇਨਫੋਰਮਡ ਡਿਸੀਜ਼ਨਸ। ਤੁਹਾਨੂੰ ਪਤਾ ਹੋਏ ਤੁਸੀਂ ਕਿਸ ਕਿਸਮ ਕੀ ਕੰਮ ਕਰ ਰਹੇ ਹੋ। ਸੁੱਤੇ ਪਏ ਨਾ ਕਰੋ, ਲਾਈ ਲੱਗ ਨਾ ਹੋਵੋ। ਕਿਸੇ ਨੇ ਕਿਹਾ ਓਏ ਵਕਾਰ ਭੋਗ ਲੈ, ਆ ਨਸ਼ਾ ਕਰ ਲੈ, ਓਏ ਆ ਇਸ ਕਿਸਮ ਦੇ ਇਸ ਕੰਮ ਨੂੰ ਕਰਨ ਲੱਗ ਜਾ, ਇਸ ਨਾ 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 ਨਾ, ਖੋਜੋ, ਪਤਾ ਕਰੋ ਅਲਟੀਮੇਟਲੀ ਇਹ ਕੰਮ ਹੈ ਕੀ ਹੈ, ਇਹ ਨਸ਼ਾ ਕਰਕੇ ਮਿਲੇਗਾ ਕੀ, ਇਹਦੇ 'ਚੋਂ ਅਲਟੀਮੇਟ ਪ੍ਰਾਪਤੀ ਕੀ ਹੈ, ਫਿਰ ਮੈਂ ਕਰਨਾ ਵੀ ਕਿਉਂ ਚਾਹੁੰਦਾ। ਖੋਜੋ। ਗੁਰੂ ਸਾਹਿਬ ਕਹਿੰਦੇ ਖੋਜੀ ਉਪਜੈ, ਜਿਹੜਾ ਖੋਜ ਕਰਦਾ ਉਹ ਉਪਜ ਜਾਂਦਾ। ਉਪਜਣਾ ਮਤਲਬ ਤੁਸੀਂ ਕੋਈ ਬੀਜ ਬੀਜਦੇ ਹੋ ਨਾ ਤੇ ਉਹ ਬੂਟਾ ਬਣ ਜਾਂਦਾ। ਬੂਟਾ ਬਣਨ ਦਾ ਮਤਲਬ ਕਿ ਜ਼ਿੰਦਗੀ ਜਿਹੜੀ ਹੈ ਇਹ ਪ੍ਰਫੁੱਲਤ ਹੋ ਜਾਣੀ, ਫਲਰਿਸ਼ ਹੋ ਜਾਣੀ, ਇਹਦੇ 'ਚ ਚੜ੍ਹਦੀ ਕਲਾ ਦਾ ਕੌਨਸੈਪਟ ਆ ਜਾਣਾ। ਬਾਦੀ ਬਿਨਸ ਹੈ, ਬੰਦਾ ਖੋਜ ਨਹੀਂ ਕਰਦਾ, ਬੰਦਾ ਕੋਈ ਰਾਏ ਇੱਧਰੋਂ ਉੱਧਰੋਂ ਪਕੜ ਲੈਂਦਾ ਜਾਂ ਕੋਈ ਕਿਸੇ ਇਨਫਲੂਐਂਸ ਵਿੱਚ ਕੋਈ ਰਾਏ ਬਣਾ ਲੈਂਦਾ, ਫਿਰ ਉੱਤੇ ਬਹਿਸ ਕਰਦਾ। ਤੁਸੀਂ ਕਦੀ ਚਰਚਾ ਵੀ ਦੇਖੋ, ਲੋਕੀ ਕਹਿੰਦੇ ਨੇ ਮੇਰੇ ਨਾਲ ਬਹਿਸ ਕਰ। ਬਹਿਸ ਤਕਰਾਰ ਹੈ, ਵਿਚਾਰ ਨਹੀਂ। ਅਤੇ ਤਕਰਾਰ ਵਿੱਚੋਂ ਕਦੀ ਵੀ ਪਰਿਵਾਰ ਦੇ ਵਿੱਚ ਵੀ ਹੁੰਦਾ, ਮਤਲਬ ਤੁਸੀਂ ਦੇਖੋਗੇ ਪਰਿਵਾਰਾਂ ਦੇ ਵਿੱਚ ਲੋਕੀ ਨਾ ਤਕਰਾਰ ਕਰਦੇ ਨੇ। ਇੱਕ ਓਪੀਨੀਅਨ ਬਣਾ ਲਿਆ, ਦੂਜੇ ਨੇ ਦੂਸਰਾ ਓਪੀਨੀਅਨ ਬਣਾ ਲਿਆ, ਹੋ ਜਾਓ ਸ਼ੁਰੂ। ਨਾ ਉਹਨੇ ਉਹਦੀ ਮੰਨਣੀ, ਨਾ ਉਹਦੇ ਮੰਨਣੀ, ਅੜੇ ਰਹੋ ਦੋਨਾਂ ਰੂਪਾਂ ਦੇ ਵਿੱਚ। ਉਹ ਆਪਣੀ ਗੱਲ ਦੇ ਉੱਤੇ ਜ਼ੋਰ ਲਾਈ ਜਾਓ, ਦੂਜਾ ਆਪਣੀ ਗੱਲ 'ਤੇ। ਐਕਚੁਅਲ ਲੈਵਲ 'ਤੇ ਖੋਜ ਕਰੋ, ਲੱਭੋ ਵੀ ਅਲਟੀਮੇਟਲੀ ਕੋਈ ਗੱਲ ਆ, ਇਹਦਾ ਸੱਚ ਕੀ ਹੈ, ਇਹਦੇ ਮਾਇਨੇ ਕੀ ਨੇ। ਗੁਰੂ ਸਾਹਿਬ ਨੇ ਇਹੋ ਬਾਤ ਕੀਤੀ। ਤੇ ਮੈਂ ਹੋਰ ਸਰਲ ਕਰਕੇ ਬਿਆਨ ਕਰਦਾ। ਗੁਰੂ ਨਾਨਕ ਸਾਹਿਬ ਹਜ਼ਾਰਾਂ ਮੀਲ ਗਏ ਪੈਦਲ ਚੱਲ ਕੇ, ਮੋਸਟਲੀ ਪੈਦਲ ਸਫ਼ਰ ਕੀਤਾ ਉਹਨਾਂ ਨੇ। ਅਤੇ ਲੋਕਾਂ ਨੂੰ ਮਿਲੇ, ਜਾ ਕੇ ਲੋਕਾਂ ਨੂੰ ਜਾ ਕੇ ਦੱਸਿਆ ਉਹ ਇਹ ਤੀਰਥਾਂ 'ਤੇ ਨਾ ਭਟਕੋ, ਜਿਵੇਂ ਹਰਿਦੁਆਰ ਗਏ, ਗਿਆ ਗਏ, ਕੁਰੂਕਸ਼ੇਤਰ ਗਏ, ਹੋਰ ਜਗ੍ਹਾ 'ਤੇ ਗਏ। ਕਈਆਂ ਲੋਕਾਂ ਨੇ ਪੁੱਛਿਆ, ਈਵਨ ਮੱਕੇ ਤੱਕ ਗਏ, ਤਾਂ ਦੱਸਿਆ ਇੱਥੇ ਕੀ ਲੱਭਣ ਆਏ ਹੋ? ਖੁਦਾ ਕੋਈ ਗਵਾਚ ਥੋੜ੍ਹਾ ਗਿਆ, ਕੋਈ ਇੱਕ ਥਾਂ 'ਤੇ ਇੱਥੇ ਖੁਦਾ ਹੈ, ਤੁਹਾਡੇ ਘਰ ਖੁਦਾ ਨਹੀਂ ਹੈ। ਖੁਦਾ ਜਗ੍ਹਾ ਜਗ੍ਹਾ ਹੈ, ਰੱਬ ਹਰ ਥਾਂ 'ਤੇ ਹੈ। ਰੱਬ ਨੂੰ ਕੀ ਲੱਭ ਰਹੇ ਹੋ? ਰੱਬ ਹੀ ਰੱਬ ਹੈ, ਮੌਜੂਦ ਹੈ। ਅਲਟੀਮੇਟਲੀ ਇਹੋ ਜਿਹੀ ਸਿੱਖਿਆਵਾਂ ਦਿੱਤੀਆਂ। ਕਈਆਂ ਨੇ ਸਵਾਲ ਵੀ ਪੁੱਛੇ, ਬਾਬਾ ਜੀ ਤੁਸੀਂ ਤਾਂ ਤੀਰਥ 'ਤੇ ਵਿਸ਼ਵਾਸ ਨਹੀਂ ਕਰਦੇ, ਤੁਸੀਂ ਇਹ ਕਹਿੰਦੇ ਹੋ ਕਿ
ਜੀਵਨ ਘਰਾਂ ਬੈਠਿਆਂ ਚ ਆਲੇ ਦੁਆਲੇ ਕਮਾਇਆ ਜਾ ਸਕਦਾ ਹੈ, ਤੁਸੀਂ ਫਿਰ ਕਿਉਂ ਤੁਰੇ ਫਿਰਦੇ ਹੋ ਇੱਥੇ? ਤੁਹਾਡਾ ਤੇ ਉਦਾਸੀ ਕਰਨ ਦਾ ਫਿਰ ਕੋਈ ਕਨਸੈਪਟ ਹੀ ਨਹੀਂ ਬਣਦਾ। ਤੇ ਜਵਾਬ ਇਹ ਮਿਲਿਆ ਕਿ ਗੁਰਮੁਖ ਖੋਜਤ ਭਏ ਉਦਾਸੀ, ਮੈਂ ਚੰਗਿਆਂ ਨੂੰ ਲੱਭ ਰਿਹਾ। ਚਲੋ ਠੀਕ ਹੈ ਜੀ, ਤੁਸੀਂ ਚੰਗਿਆਂ ਨੂੰ, ਗੁਰਮੁਖਾਂ ਨੂੰ ਲੱਭ ਰਹੇ ਹੋ, ਪਰ ਤੁਹਾਡੇ ਬਾਰੇ ਇਹ ਵੀ ਪਤਾ ਲੱਗਾ ਕਿ ਤੁਸੀਂ ਜਿਵੇਂ ਜੋਗੀਆਂ ਕੋਲ ਗਏ, ਸਿੱਧਾਂ ਕੋਲ ਗਏ ਤੇ ਉਹਨਾਂ ਨਾਲ ਰਾਏ ਕੀਤੀ ਤੇ ਉਹਨਾਂ ਨੂੰ ਆਪਣੀ ਰਾਏ ਵਿੱਚ ਮਰਜ ਕੀਤਾ ਤੁਸੀਂ। ਇਹੀ ਤੁਹਾਡਾ ਵਿਸ਼ਾ ਆ। ਬਾਬਾ ਜੀ ਕਹਿੰਦੇ ਨਹੀਂ, ਮੈਂ ਸੱਚ ਦਾ ਢੂੰਡਾਊ ਹਾਂ। ਜੇ ਕੋਈ ਝੂਠ ਨੂੰ ਸੱਚ ਸਮਝ ਕੇ ਬੈਠਾ ਹੈ, ਮੈਂ ਉਹਨੂੰ ਸੱਚ ਸਮਝਾਉਣਾ ਆ। ਜੇ ਕਿਸੇ ਨੂੰ ਸੱਚ ਸਮਝ ਆ ਗਿਆ ਆ, ਮੈਂ ਉਹਦੇ ਸੱਚ ਨੂੰ ਸਲੂਟ ਕਰਦਾ, ਉਹਦੇ ਸੱਚ ਨੂੰ ਝੋਲੀ ਪਾਉਂਦਾ ਵਾ। ਉਹ ਕਹਿੰਦੇ ਨਹੀਂ ਨਹੀਂ, ਇਹ ਗੱਲ ਨਹੀਂ ਹੋ ਸਕਦੀ, ਤੁਸੀਂ ਸਾਨੂੰ ਸਪਸ਼ਟ ਕਰਕੇ ਦੱਸੋ ਵੀ ਵਾਕਿਆ 'ਚ ਤੁਸੀਂ ਇਸ ਗੱਲ ਨੂੰ ਇਸ ਤਰ੍ਹਾਂ ਕਰਦੇ ਹੋ। ਬਾਬਾ ਜੀ ਨੇ ਪੋਥੀ ਖੋਲ੍ਹ ਕੇ ਦਿਖਾਈ, ਜਿਸ ਪੋਥੀ ਦੇ ਵਿੱਚ ਬਾਬਾ ਕਬੀਰ ਦੇ ਸ਼ਬਦ ਨੇ, ਭਗਤ ਫਰੀਦ ਦੇ ਸ਼ਬਦ ਨੇ, ਭਗਤ ਰਵਿਦਾਸ ਦੇ ਸ਼ਬਦ ਨੇ, ਕਿਹਾ ਮੈਂ ਸੱਚ ਦਾ ਆਸ਼ਿਕ ਹਾਂ, ਕਿਤੋਂ ਮਿਲ ਜਾਏ। ਇਹ ਵਿਚਾਰ ਹੈ। ਮਤਲਬ ਗੁਰੂ ਨਾਨਕ ਮਹਾਰਾਜ ਵਰਗੀ ਹਸਤੀ, ਜਿਨ੍ਹਾਂ ਨੂੰ ਸਾਖਸ਼ਾਤ ਉਸ ਕਰਤਾਰੀ ਰੰਗ ਦੇ ਵਿੱਚ ਅਸੀਂ ਰੰਗੇ ਹੋਏ ਵੇਖਦੇ ਹਾਂ, ਉਹ ਵੀ ਸੱਚ ਦੇ ਢੂੰਡਾਊ ਨੇ, ਖੋਜ ਕਰਦੇ ਨੇ। ਵਿਚਾਰ ਇਹ ਹੁੰਦੀ ਹੈ। ਬੰਦਾ ਇਹ ਨਹੀਂ ਵੀ ਮੈਂ ਸੱਚਾ ਤੇ ਮੈਂ ਸਭ ਨਾਲ ਅਸਹਿਮਤੀ ਹੋਵਾਂਗਾ। ਭਾਈ ਜਿਹੜਾ ਵਾਕਿਆ 'ਚ ਸੱਚ ਦੇ ਨੇੜੇ, ਉਹਦੇ ਨਾਲ ਮੇਰੀ ਸਹਿਮਤੀ ਵੀ ਹੋਏਗੀ, ਪਰ ਹੋਏਗੀ ਉਸ ਪਲੇਟਫਾਰਮ ਤੇ। ਇਹ ਰੂਪ ਆ ਖੋਜ ਦੀ ਬਿਰਤੀ। ਇਹੋ ਜਿਹੀ ਬਣਾਈ ਜਾਏ, ਸਹੀ ਨੂੰ ਲੱਭੋ, ਰੀਅਲ ਨੂੰ ਸਮਝੋ, ਅਸਲੀਅਤ ਦੇ ਨੇੜੇ ਜਾਓ, ਡਿਸੀਜਨ ਉਹ ਬਣਾਓ ਜਿਹੜੇ ਤੁਹਾਡੇ ਭਲੇ ਵਿੱਚ ਨੇ, ਜਿਹੜੇ ਆਲੇ ਦੁਆਲੇ ਦੇ ਭਲੇ ਵਿੱਚ ਨੇ। ਇਸ ਵਾਸਤੇ ਲਿਟਰੇਚਰ ਪੜ੍ਹੋ, ਇਸ ਵਾਸਤੇ ਸੋਝੀ ਪ੍ਰਾਪਤ ਕਰੋ, ਮਦਦ ਲਵੋ, ਅੱਖਰਾਂ ਦੀ ਮਦਦ ਲਵੋ, ਸ਼ਬਦਾਂ ਦੀ ਮਦਦ ਲਵੋ, ਸੰਗਤ ਦੀ ਮਦਦ ਲਵੋ। ਇਹ ਸਭ ਚੀਜ਼ਾਂ ਕਰੋ। ਇਹ ਸਾਰੀ ਇਨਫੋਰਮੇਸ਼ਨ, ਇਹ ਸਾਰਾ ਗਿਆਨ, ਇਸ ਸਾਰੇ ਦਾ ਇਸਤੇਮਾਲ ਕਰਕੇ ਅਸਲ ਦੇ ਨੇੜੇ ਪਹੁੰਚੋ। ਇਹ ਖੋਜ ਹੈ ਸਾਰੀ। ਜਿੰਨਾ ਬੰਦਾ ਸੱਚ ਦੇ ਨੇੜੇ ਹੋਏਗਾ, ਬਾਣੀ ਕਹਿੰਦੀ ਹੈ, ਉਤਨਾ ਉਹਦਾ ਆਚਾਰੀ ਤੇ ਵਿਹਾਰੀ ਜੀਵਨ ਬਦਲੇਗਾ, ਉਤਨਾ ਉਹਦੇ ਜੀਵਨ ਦੇ ਵਿੱਚ ਸੱਚ ਦਾ ਪ੍ਰਭਾਵ ਆਏਗਾ। ਤੇ ਇਹੀ ਚੀਜ਼ ਜਿਹੜੀ ਹੈ ਖੋਜੀ ਉਪਜ ਹੈ, ਉਹ ਉਪਜ ਜਾਏਗਾ। ਗੁਰੂ ਬਾਬਾ ਜੀ ਨੇ ਬਿਆਨ ਕੀਤਾ ਇੱਥੇ, ਮੈਂ ਖੋਜਤ ਜੀ। ਜਦੋਂ ਮੈਂ ਸਹੀ ਨੂੰ ਖੋਜਣ ਵਾਸਤੇ ਤੁਰਿਆ, ਰਿਐਲਿਟੀ ਨੂੰ ਸਮਝਣ ਵਾਸਤੇ ਤੁਰਿਆ, ਅਸਲ ਦੇ ਰੂਪ ਦੇ ਵਿੱਚ ਮੈਂ ਆਪਣੇ ਜੀਵਨ ਉਸ ਪਾਸੇ ਲਗਾਇਆ, ਹਰ ਨਿਸ਼ਚਲ ਸੋ ਕਰ ਪਾਇਆ। ਮੈਨੂੰ ਨਿਸ਼ਚਲ ਸੋ ਕਰ, ਜਿਹੜਾ ਘਰ ਸਦੀਵ ਕਾਲੀ ਟਕਾ ਦੇ ਵਿੱਚ ਹੈ। ਨਿਸ਼ਚਲ ਘਰ ਕਿਹੜਾ ਹੈ ਜੀ? ਸਹੀ ਬਾਤ ਕੀਤੀ ਜਾਏ ਨਾ, ਤੇ ਇਹ ਸਾਡੀ ਸੋਚਣ ਦਾ ਤਰੀਕਾ ਆ, ਸਾਡੀ ਸਟੇਟ ਆਫ ਮਾਈਂਡ ਐਕਚੁਅਲ ਲੈਵਲ 'ਤੇ। ਜਦੋਂ ਤੁਸੀਂ ਸਟੇਟ ਆਫ ਮਾਈਂਡ ਨੂੰ ਦੇਖਦੇ ਹੈਗੇ ਆ, ਤੇ ਉਹਦੇ ਅੰਦਰ ਇਹ ਹੁੰਦਾ ਹੈ ਕਿ ਸੰਸਾਰ ਦੇ ਵਿੱਚੋਂ ਅਸੀਂ ਆਪਣੇ ਗੋਲ ਤੇ ਏਮ ਸੈੱਟ ਕਰਦੇ ਹਾਂ। ਲੋਕ ਕਹਿੰਦੇ ਮੇਰਾ ਗੋਲ ਇਹ ਆ, ਮੈਂ ਅਮੀਰ ਬਣਨਾ ਆ, ਮੈਂ ਪ੍ਰੋਫੈਸ਼ਨਲ ਬਣਨਾ ਆ, ਮੈਂ ਆਹ ਚੀਜ਼ ਬਣਨੀ ਆ। ਇਸ ਕਿਸਮ ਦੇ ਗੋਲ ਹੁੰਦੇ ਨੇ। ਗੁਰਮਤਿ ਸਿਖਾਉਂਦੀ ਹੈ ਕਿ ਇਸ ਸਾਰਿਆਂ ਦੇ ਵਿੱਚ ਚੇਤੇ ਰੱਖਣ ਵਾਲੀ ਗੱਲ ਹੈ, ਜੋ ਮਰਜ਼ੀ ਬਣਨਾ ਹੈ, ਪ੍ਰਾਪਤ ਕਰਨਾ ਹੈ, ਪਰ ਉਹ ਰਿਐਲਿਟੀ ਵਿੱਚ ਕਰਨਾ ਹੈ। ਰਿਐਲਿਟੀ 'ਚ ਮੀਨ ਅਸਲੀਅਤ ਨੂੰ ਸਮਝ ਕੇ ਕਰਨਾ ਹੈ। ਉਹਦੇ ਮਗਰ ਇਤਨੀ ਐਨਰਜੀ, ਇਤਨਾ ਕੁਝ ਨਹੀਂ ਲਗਾ ਦੇਣਾ, ਸ਼ਦਾਈ ਨਹੀਂ ਹੋ ਜਾਣਾ, دیਵਾਨੇ ਨਹੀਂ ਹੋ ਜਾਣਾ ਵੀ ਆਖਰਕਾਰ ਜੇ ਮਿਲ ਜਾਏ ਤੇ ਉਹਦੇ ਮੋਹ ਦੇ ਵਿੱਚ ਇਤਨਾ ਗਰਕ ਜਾਏ ਬੰਦਾ ਕਿ ਜਿੱਦਣ ਛੱਡ ਕੇ ਜਾਣਾ ਪਏ ਬੜੀ ਤਕਲੀਫ ਹੋਏ, ਤੇ ਜੇ ਨਾ ਮਿਲੇ ਤੇ ਉਹਦੇ ਗਮ ਦੇ ਵਿੱਚ ਹੀ, ਹਸਰਤ ਵਿੱਚ ਹੀ ਗਮਗੀਨ ਹੋ ਕੇ ਡੁੱਬਿਆ ਫਿਰੇ ਵੀ ਉਹ ਆ ਕੀ ਬਣ ਗਿਆ, ਡਿਪਰੈਸ਼ਨ ਵਿੱਚ ਚਲਾ ਜਾਏ। ਨਾ, ਤੁਸੀਂ ਸੰਸਾਰ ਵਿੱਚ ਜੀਓ, ਪੂਰੇ ਜੀ ਨਾਲ ਜੀਓ, ਪਰ ਸੋਚ ਇਹ ਬਣਾਓ ਕਿ ਅਲਟੀਮੇਟਲੀ ਇੱਥੇ ਸੰਸਾਰ ਦੇ ਵਿੱਚ ਨਾਤਾ ਰਿਸ਼ਤਾ ਇੰਨਾ ਕੀ ਹੈ ਕਿ ਜਿੰਨੀ ਦੇਰ ਤੱਕ ਕੁਦਰਤ ਨੇ ਆ ਸਮਾਂ ਦਿੱਤਾ ਹੈ, ਐਨਰਜੀ ਦਿੱਤੀ ਹੈ, ਆਪਣੀ ਇਨਵੈਸਟ ਕਰਨੀ ਹੈ, ਲਗਾਣੀ ਹੈ, ਤੇ ਜਿੱਦਣ ਵਿਦਾਇਗੀ ਹੋਏਗੀ ਕਿਸੇ ਰੀਜ਼ਨ ਕਰਕੇ ਵੀ, ਉਹਦੇ ਨਾਲ ਆਪਾਂ ਤਿਆਰ ਹਾਂ। ਇਹ ਨਿਸ਼ਚਲਕਾਰ ਹੈ, ਇਹ ਹੈ ਡਿਟੈਚਮੈਂਟ। ਥੋੜ੍ਹਾ ਹਾਰਡ ਆ ਅੰਡਰਸਟੈਂਡ ਕਰਨਾ ਵੀ, ਤੇ ਅਪਲਾਈ ਕਰਨਾ ਤੇ ਡੈਫੀਨੇਟਲੀ ਇਹ ਜਿਹੜੀ ਚੀਜ਼ ਆ, ਜਿਵੇਂ ਤੁਸੀਂ ਚੀਜ਼ਾਂ ਨੂੰ ਹੋਰ ਇਸ ਨੂੰ ਸਿੰਪਲੀਫਾਈ ਕਰੀਏ। ਜਿਵੇਂ ਸਾਡੇ ਦਾਨਿਸ਼ਮੰਦ ਪ੍ਰਿੰਸੀਪਲ ਹਰਭਜਨ ਸਿੰਘ ਵੀ ਲਿਖਿਆ ਕਰਦੇ ਹੁੰਦੇ ਸੀ। ਉਹ ਕਹਿੰਦੇ ਸੀਗੇ ਕਦੀ ਤੁਸੀਂ ਦੇਗ ਬਣਦੀ ਦੇਖੋ, ਪ੍ਰਸ਼ਾਦ ਜਿਹਨੂੰ ਕਹਿੰਦੇ ਹਾਂ ਅਸੀਂ। ਹੁਣ ਜੋ ਦੇਗ ਬਣਦੀ ਹੈ, ਜਦੋਂ ਸ਼ੁਰੂਆਤ ਦੇ ਵਿੱਚ ਉਹ ਆਟਾ ਵਗੈਰਾ ਭੁੰਨਦੇ ਨੇ, ਫਿਰ ਉਹਦੇ ਅੰਦਰ ਪਾਣੀ ਰਲਾਉਂਦੇ ਨੇ। ਜਦੋਂ ਪਾਣੀ ਰਲਾਇਆ ਜਾਂਦਾ ਤੇ ਉਸ ਵਕਤ ਤੋਂ ਜਿਹੜੀ ਖਾਸ ਕਰਕੇ ਸਾਰਾ ਸਮੱਗਰੀ ਹੈ,
ਉਹ ਸਾਰਾ ਜਿਹੜਾ ਮਟੀਰੀਅਲ ਹੈ ਉਹ ਕੜਾਈ ਦੇ ਨਾਲ ਵਾਰ-ਵਾਰ ਲੱਗਦਾ, ਲਿਬੜਦਾ ਨਾਲ ਉਹਦੇ। ਜਿੰਨੀ ਦੇਰ ਤੱਕ ਉਹ ਨਾਲ ਉਹਦੇ ਮਤਲਬ ਲੱਗਦਾ ਹੈਗਾ, ਉਹ ਕਹਿੰਦੇ ਬਣਿਆ ਨਹੀਂ ਹਾਲੇ ਇਹ ਕੜਾਈ ਦੇ ਨਾਲ ਉਸ ਨੂੰ ਪੰਜਾਬੀ 'ਚ ਕਹਿੰਦੇ ਚੰਬੜਨਾ, ਐਕਚੁਅਲੀ ਉਹ ਗਲੂ ਕਰਦਾ ਹਾਲੇ, ਉਹਨੂੰ ਫਿਰ ਬਣਾਈ ਜਾਂਦੇ ਨੇ। ਜਦੋਂ ਬਿਲਕੁਲ ਬਣ ਜਾਂਦਾ ਉਦੋਂ ਕੜਾਈ ਛੱਡ ਦਿੰਦਾ ਉਹ, ਬਿਲਕੁਲ ਸਿੱਪੀ ਵੀ ਛੱਡ ਦਿੰਦਾ। ਸਿੱਪੀ ਵੀ ਤੁਸੀਂ ਜਿੱਧਰ ਮਰਜ਼ੀ ਮਾਰੋ, ਸਿੱਪੀ ਬਾਹਰ ਕੱਢੋ, ਬਿਲਕੁਲ ਕੁਛ ਨਹੀਂ ਨਾਲ ਲੱਗਾ। ਇਸ ਸੰਸਾਰ ਦੇ ਵਿੱਚ ਇਹੀ ਪਕਿਆਈ ਹੈ। ਜਦੋਂ ਤੁਸੀਂ ਬਿਲਕੁਲ ਪੱਕਣ ਤੇ ਆ ਜਾਓਗੇ ਫਿਰ ਰਹੋਗੇ ਸੰਸਾਰ ਵਿੱਚ ਹੀ, ਕੰਮਕਾਰ ਸਾਰੇ ਕਰੋਗੇ, ਸਭ ਕੁਝ ਕਰੋਗੇ, ਪਰ ਡਿਟੈਚਮੈਂਟ ਕਿਉਂਕਿ ਨਿਹਚਲ ਘਰ ਲੱਭ ਲਿਆ। ਪਤਾ ਲੱਗ ਗਿਆ ਕਿ ਅਲਟੀਮੇਟਲੀ ਇੱਥੇ ਆਪਣੀ ਡਿਊਟੀ ਅਦਾ ਕਰਨੀ ਹੈ, ਆਪਣੇ ਫਰਜ਼ ਅਦਾ ਕਰਨੇ ਨੇ, ਆਪਣੀ ਐਨਰਜੀ ਲਗਾਉਣੀ ਹੈ, ਕਮਾਣ ਖਾਣ ਬਣਾਉਣ ਸਭ ਕਾਸੇ ਦੇ ਵਿੱਚ। ਕਿਸੇ ਚੀਜ਼ ਦੇ ਪਿੱਛੇ ਸ਼ੁਦਾਈ ਨਹੀਂ ਹੋਣਾ, ਕਮਲੇ ਨਹੀਂ ਹੋਣਾ, ਇੰਨੇ ਜ਼ਿਆਦਾ ਪੈਸ਼ਨੇਟ ਨਹੀਂ ਹੋ ਜਾਣਾ ਕਿ ਉਹਦੇ ਪਿੱਛੇ ਲੱਗ ਕੇ ਝੂਠ ਬੋਲਣਾ ਹੈ, ਉਹਦੇ ਪਿੱਛੇ ਪਰਾਇਆ ਹੱਕ ਮਾਰਨਾ ਹੈ, ਉਹਦੇ ਪਿੱਛੇ ਲੱਗ ਕੇ ਗਲਤ ਕੰਮ ਕਰਨ ਲੱਗ ਜਾਣਾ। ਇਹ ਸਭ ਚੀਜ਼ਾਂ ਛੱਡ ਦੇਣੀਆਂ ਨੇ। ਇਹ ਧਰਮ ਹੈ, ਇਹ ਨਿਹਚਲ ਘਰ ਹੈ। ਇੱਕ ਐਸਾ ਘਰ ਲੱਭ ਗਿਆ ਜਿਹੜਾ ਗਵਾਚਣਾ ਨਹੀਂ ਕਦੇ, ਜਿਹੜਾ ਟੁੱਟਣਾ ਨਹੀਂ ਕਦੇ। ਉਸ ਲੈਵਲ 'ਤੇ ਸੁਰਤ ਚਲੀ ਗਈ ਹੈ। ਫਿਰ ਇੱਥੇ ਝੋਰਾ ਨਹੀਂ, ਅਫਸੋਸ ਨਹੀਂ, ਡਰ ਨਹੀਂ, ਕਿਸੇ ਕਿਸਮ ਦਾ ਖੌਫ ਨਹੀਂ। ਇਹੀ ਧਰਮ ਆ ਐਕਚੁਅਲ ਲੈਵਲ 'ਤੇ। ਇਸ ਜਿਹੜੀ ਪਿੱਛੋਂ ਬਾਤ ਆ ਰਹੀ ਸੀ ਨਾ ਗੁਣਾਤਮਕ ਪੱਖ ਦੀ, ਰੱਬੀ ਦਰਸ਼ਨ ਕਰਨ ਦੀ, ਹੁਣ ਇਹ ਰੱਬ ਦੇ ਘਰ ਦੀ ਗੱਲ ਹੋ ਰਹੀ ਹੈ। ਆਪਾਂ ਸ਼ਬਦ ਪੜ੍ਹਦੇ ਹਾਂ, ਸੋ ਦਰ ਤੇਰਾ ਕੇਹਾ ਸੋ ਕਰ ਕੇਹਾ, ਜਿਤ ਬੈ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ। ਉੱਥੇ ਦਰ ਦੀ ਗੱਲ ਵੀ ਹੈ, ਉੱਥੇ ਘਰ ਦੀ ਗੱਲ ਵੀ ਹੈ, ਮੈਟਾਫੋਰਿਕ ਵੇ ਨਾਲ ਕੀਤੀ ਗਈ ਹੈ। ਕਿਉਂਕਿ ਜਿਹੜਾ ਮਨੁੱਖੀ ਮਨ ਆ, ਇਸ ਨੂੰ ਫੀਡ ਕਰਨਾ ਬਹੁਤ ਹਾਰਡ ਆ। ਬਾਣੀ ਕਹਿੰਦੀ ਹੈ, ਕਾਇਆ ਨਗਰ ਇੱਕ ਬਾਲਕ ਵਸਿਆ, ਖਿਨ ਪਲ ਥਿਰ ਨਾ ਰਹਾਈ। ਆਪ ਦੇਖੋਗੇ ਬੱਚਿਆਂ ਨੂੰ ਮਤਲਬ ਹੋਰ ਤੇ ਗੱਲਾਂ ਛੱਡੋ, ਬੱਚੇ ਨੂੰ ਖੁਰਾਕ ਖਵਾਉਣੀ ਬੜੀ ਔਖੀ ਹੈ, ਤੇ ਚੰਗੀ ਖੁਰਾਕ ਖਵਾਉਣੀ ਤੇ ਉਸ ਤੋਂ ਵੀ ਔਖੀ ਹੈ। ਜਿਹੜੀ ਚੀਜ਼ ਉਹਨੂੰ ਸਪੋਜ਼ ਕਰੋ ਕੈਂਡੀਜ਼ ਨੇ ਜਾਂ ਜਿਹੜੇ ਫੂਡ ਦੇ ਵਿੱਚ ਉਸ ਕਿਸਮ ਦਾ ਕੰਟੈਂਟ ਨਹੀਂ ਹੈਗਾ ਜਿਹੜਾ ਉਸਨੂੰ ਹੈਲਥੀ ਬਣਾ ਸਕਦਾ ਆ, ਉਹਦੇ ਵਾਸਤੇ ਉਹ ਵੀ ਬੜਾ ਉਸ ਪਾਸੇ ਨੂੰ ਅਲਿਊਰਿੰਗ ਵੇ ਨਾਲ ਅਟਰੈਕਟ ਹੁੰਦਾ ਆ। ਪਰ ਜਿਹੜੀ ਚੀਜ਼ ਉਹਨੂੰ ਉਹ ਹੈਲਦੀ ਬਣਾ ਸਕਦੀ ਹੈ, ਉਹਦੇ ਫੀਡ ਕਰਨਾ ਬੜਾ ਹਾਰਡ ਆ। ਫਿਰ ਮਾਪੇ ਸਟ੍ਰੈਟਜੀਜ਼ ਬਣਾਉਂਦੇ ਨੇ। ਕੋਈ ਕਹਿੰਦਾ ਓਕੇ TV ਲਾ ਦਿਓ, TV ਵੇਖੇਗਾ ਫਿਰ ਖਵਾਵਾਂਗੇ। ਕੋਈ ਕਹਿੰਦਾ ਓਕੇ ਡਿਵਾਈਸ ਟੈਬਲੇਟ ਦੇ ਦੇਣੇ ਤੈਨੂੰ, ਆ ਦੇਖ, ਇਹ ਦੇਖ ਮੈਂ ਖਵਾਨਾ ਤੈਨੂੰ। ਕੋਈ ਕਹਾਣੀਆਂ ਸੁਣਾਉਂਦਾ ਹੈ, ਕੋਈ ਕਹਿੰਦਾ ਅੱਛਾ ਲਓ ਪੀ ਲਓ, ਲਓ ਜੀ ਗੱਡੀ ਆ ਗਈ, ਲਓ ਜੀ ਲਓ ਦਰਵਾਜ਼ਾ ਖੋਲੋ ਜੀ, ਮੂੰਹ ਖੋਲੋ। ਇਹ ਸਾਰਾ ਕੁਝ ਕੀ ਹੋ ਰਿਹਾ? ਖਵਾਉਣਾ ਤੇ ਫੂਡ ਹੀ ਹੈ ਭਾਈ, ਫੂਡ ਖਵਾ ਕੇ ਲਾਮੇ ਕਰੋ, ਕੰਮ ਡਨ। ਸਿੱਖਿਆ ਹੀ ਦੇਣੀ ਹੈ ਮਨ ਨੂੰ, ਪਰ ਮਨ ਲਏ ਵੀ ਲੈਂਦਾ ਨਹੀਂ। ਫਿਰ ਕੀ ਕੀਤਾ ਜਾਏ? ਫਿਰ ਭਾਈ ਉਹਦੇ ਲਈ ਇਹ ਹੈ ਬਹੁਤ ਸਾਰੇ ਰਸ, ਬਹੁਤ ਸਾਰੀਆਂ ਚੀਜ਼ਾਂ ਪਾਉਣੀਆਂ ਪੈਂਦੀਆਂ ਨੇ। ਗੁਰਮਤਿ ਦਾ ਸਕੂਲ ਪੂਰਾ ਇਹਦੇ ਨਾਲ ਭਰਿਆ ਪਿਆ। ਗੁਰੂ ਗ੍ਰੰਥ ਸਾਹਿਬ ਸੰਗੀਤ ਦਾ ਪੂਰਾ ਗੁਰੂ ਸਾਹਿਬ ਨੇ ਸਮੁੰਦਰ ਬਣਾਇਆ। ਇਤਨੀਆਂ ਪੜਤਾਲਾਂ, ਰਾਗ ਰਾਗਣੀਆਂ, ਇਤਨੇ ਠਾਠ, ਸਭ ਚੀਜ਼ਾਂ ਪਾਈਆਂ ਕਿਸੇ ਤਰੀਕੇ ਨਾਲ। ਮਤਲਬ ਫਿਰ ਸਕੂਲ ਐਸਾ ਬਣਾਇਆ ਸਾਡਾ, ਦਰਬਾਰ ਸਾਹਿਬ ਵਰਗੀ ਇਮਾਰਤ ਬਣਾਈ, ਇਤਨੀਆਂ ਟ੍ਰੈਡੀਸ਼ਨ ਚਲਾਈਆਂ, ਇਤਨੇ ਰੰਗ ਵਿੱਚ ਪਾਏ, ਕਿਸੇ ਇੱਕ ਰੰਗ ਨੂੰ ਵੇਖ ਕੇ ਕੋਈ ਗਾਹਕ ਬਣ ਜੇ। ਇਹ ਸਭ ਚੀਜ਼ਾਂ ਕੀਤੀਆਂ ਗਈਆਂ। ਅਲਟੀਮੇਟ ਜਿਹੜਾ ਗੋਲ ਆ ਉਹ ਤੇ ਹੈ ਨਿਹਚਲ ਘਰ ਤੱਕ ਪਹੁੰਚਣ ਦਾ। ਪਰ ਉਸ ਘਰ ਨੂੰ ਸਾਨੂੰ ਘਰ ਪ੍ਰਭਾਵਿਤ ਕਰੇ, ਸਾਨੂੰ ਉਹ ਫੂਡ ਪ੍ਰਭਾਵਿਤ ਕਰੇ, ਅਸੀਂ ਉਹਦੇ ਗਾਹਕ ਬਣ ਸਕੀਏ। ਉਹਦੇ ਲਈ ਗੁਰੂ ਸਾਹਿਬ ਨੇ ਬੜੇ ਮੈਟਾਫੋਰ ਸਿਰਜੇ ਨੇ, ਕੰਨ ਰਸ ਪਾਇਆ ਬਹੁਤ ਸਾਰਾ ਉਹਦੇ ਵਿੱਚ, ਬਹੁਤ ਸਾਰੀਆਂ ਸ਼ਿੰਗਾਰਿਤ ਚੀਜ਼ਾਂ ਪਾਈਆਂ ਨੇ। ਇੱਥੇ ਗੁਰੂ ਅਰਜਨ ਸਾਹਿਬ ਬਚਨ ਕਰਦੇ ਵੀ ਖੋਜਦਿਆਂ ਇਹ ਸਭ ਚੀਜ਼ਾਂ 'ਚੋਂ ਲੰਘਦਿਆਂ ਉਸ ਘਰ ਤੱਕ ਪਹੁੰਚ ਹੋ ਗਈ। ਉਸ ਸਟੇਟ ਆਫ ਮਾਈਂਡ ਅਰਨ ਕੀਤੀ, ਉਸ ਸੁਰਤ ਨੂੰ ਜਾ ਕੇ ਪਕੜ ਲਿਆ। ਅੱਗੇ ਜਾ ਕੇ ਲਿਟਰਲੀ ਤੌਰ 'ਤੇ ਜ਼ਿਕਰ ਆਏਗਾ ਇਹਦਾ। ਸਭ ਕਹਿੰਦੇ ਨਿਹਚਲ ਸੋ ਕਰ ਪਾਇਆ, ਸਭ ਅਧਰੂਵ ਡਿੱਠੇ ਜੀਓ, ਤਾਂ ਚਰਨ ਕਮਲ ਚਿਤ ਲਾਇਆ। ਸਭ ਅਧਰੂਵ ਡਿੱਠੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਆ ਇਸ ਸਾਲ, ਤੇ ਖਾਸ ਕਰਕੇ ਸਿੱਖ ਸੰਗਤਾਂ ਬੜੀ ਉਤਸ਼ਾਹ ਨਾਲ ਮਨਾ ਰਹੀਆਂ ਨੇ। ਮੈਨੂੰ ਵੀ ਕੁਝ ਸੱਜਣ ਮੈਸੇਜ ਵਗੈਰਾ ਭੇਜ ਰਹੇ ਸੀਗੇ, ਭਾਈ ਸਾਹਿਬ ਫॉर few days if you can only explain at least Slok Mahalla Nama, that would be great. Yes, we can think about it,
but at the same time we can actually just merge some Guru Sahib's messages in Ladibar Bani too. We can actually spare some time between the Bani and we can discuss all these things too. I was thinking like that. But still, if we want, we can actually start totally Guru Tegh Bahadur Sahib's Bani in coming days. But still, actually, just it focus kardiya hoya. Sab adhru dithe jiyo ta charan kamal chit laya. Guru Tegh Bahadur Sahib da shlok padde hain. Sab kehinde ki निज कर देखियो जगत में को काहू को ना है, या किते इस तरह के बचन पढ़ते आ कि जगत में झूठी देखी प्रीत, अपने सुख स्यों ही सब लागे क्या दारा क्या मीत। सब कहते जो मैं संसार नूं बड़े ध्यान नाल देखिया ना तो पता यह लगा कि सारे अपने सुखां दे गाहक ने, कोई किसी का भाईवाल नहीं गा। दूसरे नंबर ते निज कर देखियो जगत में, निज करना नीज ला के तकना, बड़ी डीप ते डिटेल्ड वे दे नाल किसी चीज़ नूं परखना, गोखना, पड़तालना। फिर पता लगता भी ओह हो क्यों खोज हो रही है ना, इत्थे तो कोई भी नहीं किसी का। इत्थे पता लगता है कि कामन लोएडे सोइना रूपा, मित्र लोड़ेन खादाता, नानक पाप करे ते कारण जासी जमपुर बाधाता। जिन्हां दे मगर लग के बंदा पाप करने लई तैयार हो जाता, गुनाह करने लई तैयार हो जाता, वो तो भाईवाल ही सारे सुखां दे साधनां दे ने। उन्हां नूं तो कोई साडे नाल सही रूप दे कोई लेना देना है ही नहीं गा। साहब कहंदे कामन लोएड़े सोइना रूपा, जिन्ना बंदा वध खो घसीट के समाज तो संसार तो लिया के परिवार ते लुटाउंदा आ, परिवार नूं उन्ना मिठा लगदा आ। जे वो लुटाउणा छड्ड दे ते परिवार च मिठास घट जांदी, ਉਹਦੀ ਵੈਲਿਊ ਘਟ ਜਾਂਦੀ। ਫਿਰ ਕਾਮਨ ਲੋਇੜੇ ਸੋਇਨਾ ਰੂਪਾ, ਮਿੱਤਰ ਲੋੜੇਨ ਖਾਦਾਤਾ। ਸਾਨੂੰ ਲੱਗਦਾ ਦੋਸਤੀ ਸਾਡੇ ਨਾਲ ਲਾਈ ਜਾਂਦੀ, ਨਹੀਂ ਨਹੀਂ, ਦੋਸਤੀ ਸਵਾਰਥ ਨਾਲ ਲਾਈ ਜਾਂਦੀ ਹੈ। ਜਿੱਥੇ ਸਵਾਰਥ ਵੱਧ ਪੁੱਗਦੇ ਨੇ ਉੱਥੇ ਦੋਸਤੀ ਵੀ ਵੱਧ ਪੁੱਗਦੀ ਹੈ। ਜਿੱਥੇ ਸਵਾਰਥ ਪੁੱਗਣੇ ਘਟ ਜਾਂਦੇ ਨੇ ਲੋਕਾਂ ਦੀਆਂ ਦੋਸਤੀਆਂ ਟੁੱਟ ਜਾਂਦੀਆਂ ਨੇ। ਇਹ ਰਿਐਲਿਟੀ ਹੈ। ਜਦੋਂ ਬੰਦਾ ਖੋਜ ਕੇ ਇਸ ਚੀਜ਼ ਨੂੰ ਦੇਖ ਲਏ ਨਾ, ਸਾਹਿਬ ਨੇ ਬਿਆਨ ਕੀਤਾ, ਮਹਾਰਾਜ ਕਹਿੰਦੇ ਸਭ ਅਧਰੂਵ ਡਿੱਠੇ। ਅਧਰੂਵ ਦਾ ਮਤਲਬ ਹੁੰਦਾ ਨਾ ਨਿਭਣ ਵਾਲੇ, ਜਿਹੜੇ ਅਧਰਵ ਨੇ, ਜਿਹੜੇ ਨਿਭਣ ਵਾਲਾ ਕੁਝ ਨਹੀਂਗਾ। ਜਿਵੇਂ ਗੁਰੂ ਸਾਹਿਬ ਨੇ ਹੋਰ ਬਿਆਨ ਕੀਤਾ, ਗੁਰੂ ਸਾਹਿਬ ਇਸੇ ਕਰਕੇ ਕਹਿੰਦੇ ਸੰਸਾਰ ਨੂੰ ਛੱਡ ਤੂੰ, ਪਦਾਰਥ ਵਸਤਾਂ ਰਸਤਾਂ ਇੱਥੇ ਇੱਕ ਪਾਸੇ ਰਹੀਆਂ, ਸਰੀਰ ਤੋਂ ਵੀ ਜਿਹਨੂੰ ਕਿਹਾ ਗਿਆ ਕਿ ਬਦੇ ਹੋ ਜਾ, ਇਹਦੇ 'ਚ ਨਾ ਰਹਿ। ਜੇ ਇਹਦੇ 'ਚ ਬਹੁਤ ਜ਼ਿਆਦਾ ਇਹਦੇ ਨਾਲ ਲਗਨ ਲਗਾ ਲੇਗਾ ਨਾ, ਅੱਜ ਦੇ ਸਮੇਂ ਦੇ ਹਾਲਾਤ ਦੇਖੋ ਤੁਸੀਂ। ਅੱਜ ਇੱਥੇ ਕਿਹਾ ਜਾਂਦਾ ਹੈ ਐਕਚੁਅਲੀ ਮਿਡ 40 ਸਟ੍ਰੈਸ ਆ ਗਿਆ ਆ, 40 ਪਲੱਸ ਏਜ ਹੋ ਰਹੀ ਹੈ। ਉਹ ਕਹਿੰਦੇ ਓਕੇ ਐਕਚੁਅਲੀ 50 ਸਟ੍ਰੈਸਰਸ ਵੱਧ ਗਏ ਨੇ। ਵਾਟ ਇਜ਼ ਦਿਸ? ਮਤਲਬ ਬੰਦੇ ਦੀ ਚੀਕਣੀ ਚਮੜੀ, ਕੇਸ ਕਾਲੇ, ਥੋੜਾ ਸਰੀਰ ਸੁਡੋਲ, ਅੰਗ ਸੰਗ ਵਧੀਆ ਨੇ, ਬੰਦਾ ਬੜਾ ਖੁਸ਼ ਆ। ਪਰ ਇਹ ਨਿਸ਼ਚਲ ਨਹੀਂਗਾ, ਇਹ ਬਦਲਦਾ ਹੈ। ਜਦੋਂ ਬਦਲਦਾ ਹੈ ਤਾਂ ਉਦੋਂ ਬੰਦੇ ਦੀ ਜਾਨ ਨਿਕਲਦੀ ਵੀ ਆ ਕੀ ਬਣ ਗਿਆ, ਇਹ ਤੇ ਗੜਬੜ ਹੋ ਗਈ, ਇਹਨਾਂ ਪਤਾ ਹੀ ਨਹੀਂ, ਇਹ ਤੇ ਹੋਣਾ ਪੱਕਾ ਤੈਅ ਹੈ। ਜੇ ਚੀਜ਼ ਨਾ ਹੁੰਦੀ, ਗੁਰੂ ਗ੍ਰੰਥ ਸਾਹਿਬ ਵਿੱਚ ਕਿਉਂ ਲਿਖਦੇ ਗੁਰੂ ਬਾਬਾ ਜੀ ਕਿ 10 ਬਾਲਤਨ 20 ਰਵਣ 30 ਕਾ ਸੁੰਦਰ ਕਹਾਵੈ, 40 ਪੁਰ ਹੋਏ 85 ਪੱਖੀ ਸੇ 60 ਕੋ ਬੁਢੇਪਾ ਆਵੈ, 70 ਕਾ ਮਤਹੀਨ 80 ਕਾ ਵਿਵਹਾਰ ਨਾ ਪਾਵੈ। ਸਾਹਿਬ ਕਹਿੰਦੇ ਚੇਤੇ ਰੱਖ, 10 ਸਾਲ ਦੇ ਪੜਾਅ ਨਾਲ ਬਾਤ ਬਿਆਨ ਕੀਤੀ। ਕਿਆ 10 ਬਾਲਤਨ 10 ਸਾਲ ਦੀ ਉਮਰ ਗੁਜ਼ਰ ਗਈ, ਬਚਪਨ ਗੁਜ਼ਰ ਗਿਆ। 20 ਰਵਣ 20 ਦਾ ਸਮਾਂ ਆ ਗਿਆ, ਹੁਣ ਜੀ ਕਰਦਾ ਰਵਣ ਕਰਨ ਦਾ। ਰਵਣ ਕਰਨ ਦਾ ਮਤਲਬ ਕਿਸੇ ਦਾ ਹੋ ਜਾਵਾਂ, ਕਿਸੇ ਨੂੰ ਆਪਣਾ ਬਣਾ ਲਵਾਂ, ਬਹੁਤ ਵੱਡੇ ਲੈਵਲ ਤੇ। ਇਸੇ ਉਮਰ 'ਚ ਬੰਦਾ ਬੜੀਆਂ ਦੋਸਤੀਆਂ ਲਾਉਂਦਾ ਹੈ, ਬੜੀਆਂ ਮਤਲਬ ਸਹੁੰਆਂ ਖਾਂਦਾ ਹੈ। ਇਸ ਕਿਸਮ ਦੀ ਚੀਜ਼ ਇਸ ਉਮਰ 'ਚ ਹੁੰਦੀ ਹੈ, ਕਿਉਂਕਿ ਆਲੇ ਦੁਆਲੇ ਲੱਗਦਾ ਵੀ ਪਤਾ ਹੀ ਨਹੀਂ ਕੀ ਮਿਲ ਚੱਲਾ ਦੁਨੀਆ ਦੇ ਵਿੱਚੋਂ। ਹਾਲਾਂਕਿ ਇਹ ਉਹ ਸਮਾਂ ਆ ਜਦੋਂ ਬੰਦੇ ਨੂੰ ਰਿਸਪੌਂਸਿਬਿਲਿਟੀ, ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ ਹੈ। 10 ਤੋਂ 20 ਦੀ ਉਮਰ ਆ ਜਦੋਂ ਕੋਈ ਬੰਦਾ ਜ਼ਿੰਮੇਵਾਰ ਬਣਦਾ ਆ। ਜੇ ਇਹਦੇ 'ਚ ਨਹੀਂ ਬਣੇਗਾ, ਇਸ ਤੋਂ ਬਾਅਦ ਨਹੀਂ ਬਣੇਗਾ, ਦੈਟਸ ਓਵਰ। ਇਹੀ ਟਾਈਮ ਆ ਜਦੋਂ ਤੁਸੀਂ ਕਿਸੇ ਦੇ ਵਿੱਚ ਇਹ ਰਿਸਪੌਂਸਿਬਿਲਿਟੀ ਵਾਲਾ ਉਹ ਮਾਦਾ ਦੇਖ ਸਕਦੇ ਹੈਗੇ ਹੋ। ਫਿਰ 30 ਕਾ ਸੁੰਦਰ ਕਹਾਵੈ, 20 ਸਾਲ ਤੋਂ ਬਾਅਦ ਦੀ ਜਿਹੜੀ ਅਰਬਲਾ ਆ ਉਹਦੇ 'ਚ ਫਿਰ ਬੜਾ ਸਰੀਰ ਖੂਬਸੂਰਤ ਲੱਗਣਾ ਸ਼ੁਰੂ ਹੁੰਦਾ ਆ, ਕਿਉਂਕਿ ਉਹ ਆਪਣੀ ਸਰਬੁਲੰਦਗੀ ਵੱਲ ਵੱਧਦਾ ਆ। ਬੰਦੇ ਨੂੰ ਪੂਰਾ ਉਹਦਾ ਕੱਦ ਕਾਠ, ਰੰਗ ਢੰਗ ਸਭ ਬਾਹਰ ਆ ਜਾਂਦਾ। ਹੁਣ ਲੱਗਦਾ ਹਾਂ ਹੁਣ ਮੈਂ ਬਹੁਤ ਹੁਸੀਨ ਹੋ ਗਿਆ। ਤੇ ਚਲੋ 30 ਦਾ ਆંકੜਾ ਕ੍ਰੋਸ ਹੋਇਆ, 40 ਪੁਰ ਹੋਏ,
40 ਦੇ ਸਮੇਂ ਦੇ ਵਿੱਚ ਤੱਕ ਇਹ ਪਤਾ ਲੱਗ ਜਾਂਦਾ ਵੀ ਜੋ ਬਣਨਾ ਬਣਾਉਣਾ ਸੀ ਬਣਾ ਗਿਆ, ਹੁਣ ਡਨ, ਓਵਰ। ਇਸ ਤੋਂ ਬਾਅਦ ਜਦੋਂ 40 ਦਾ ਆંકੜਾ ਕ੍ਰੋਸ ਹੋ ਕੇ ਅੱਗੇ ਵਧਣ ਲੱਗਦਾ ਹੈ, 85 ਪੱਗ ਖੀਸਾ ਹੈ, 50 ਵਾਲੇ ਪੱਖ ਤੋਂ ਫਿਰ ਪੱਗ ਪਿੱਛੇ ਪੈਣਾ ਸ਼ੁਰੂ ਹੁੰਦਾ, ਖਿਸਣਾ ਸ਼ੁਰੂ ਹੁੰਦਾ। ਕਿੱਦਾਂ? ਅੱਖਾਂ ਚਸ਼ਮਾ ਮੰਗਦੀਆਂ ਨੇ, ਕੇਸਾਂ ਦੇ ਰੰਗ ਬਦਲਦੇ ਨੇ, ਚਮੜੀ ਦਾ ਰੰਗ ਬਦਲਦਾ ਆ, ਹੁਣ ਥੋੜ੍ਹੀ ਥੋੜ੍ਹੀ ਕੰਨਾਂ 'ਚ ਘੂੰ ਸ਼ੁਰੂ ਹੁੰਦੀ ਹੈ, ਥੋੜ੍ਹਾ ਬਹੁਤਾ ਮੈਮਰੀ ਲਾਸ ਲੱਗਦਾ, ਹੋਣ ਲੱਗਦਾ ਆ, ਥੋੜ੍ਹੇ ਬਹੁਤੇ ਹੱਡ ਪ੍ਰਾਣ ਕਹਿੰਦੇ ਨੇ એનર્ਜੀ ਨਹੀਂ ਹੈਗੀ ਇੰਨੀ। ਇਹ ਸਭ ਚੀਜ਼ਾਂ ਐਕਚੁਅਲੀ ਆਉਣੀਆਂ ਸ਼ੁਰੂ ਹੋ ਗਈਆਂ। ਚਲੋ ਇਹਦੇ ਪੱਗ ਖਿਸਕ ਰਿਹਾ ਸੀ ਅਜੇ, ਤੇ 50 ਦਾ ਦਹਾਕਾ ਵੀ ਲੰਘ ਗਿਆ, 60 ਕੋ ਬੁਢੇਪਾ ਹੈ। ਇੱਥੇ ਜਾ ਕੇ ਸਾਹਿਬ ਨੇ ਕਿਹਾ ਜੋਬਨ ਘਟੈ ਜਰੂਆ ਜਿਣੈ। ਹੁਣ ਜੋਬਨ ਉਹ ਹਾਰ ਰਿਹਾ, ਜਰੂਆ ਬੁਢੇਪਾ ਉਹ ਜਿਣੈ, ਉਹ ਜਿੱਤ ਰਿਹਾ, ਸਾਹਮਣੇ ਜਿੱਤ ਰਿਹਾ। ਬੰਦੇ ਨੂੰ ਬੜਾ ਔਖਾ ਹੁੰਦਾ, ਓਏ ਹੋਏ ਇਹ ਕਿਵੇਂ ਹੋ ਗਿਆ, ਮੇਰੀ ਜਵਾਨੀ ਕਿਵੇਂ ਹਾਰ ਰਹੀ ਹੈ ਬੁਢੇਪੇ ਦੇ ਸਾਹਮਣੇ। ਇਹ ਸਟ੍ਰੈਸ ਹੈ ਐਕਚੁਅਲੀ। ਇਹ ਅਧਰੁਵ ਆ, ਇਹ ਜਾਣਾ ਹੀ ਜਾਣਾ ਆ, ਇਸ ਨੂੰ ਕੋਈ ਬੰਦਾ ਸੰਭਾਲ ਨਹੀਂ ਸਕਦਾ। ਇਹ ਮਦਰ ਨੇਚਰ ਦਾ ਲਾ ਆ। ਇਹੀ ਤੇ ਖੋਜ ਕਰਾ ਰਹੇ ਨੇ ਗੁਰੂ ਸਾਹਿਬ, ਦੱਸ ਰਹੇ ਨੇ ਇਹਨੂੰ ਸਮਝ। ਇੱਥੇ ਜ਼ਿਕਰ ਆਇਆ ਕਿ ਅਧਰੁਵ ਸਭ ਅਧਰੁਵ ਡਿੱਠੇ ਜੀਓ। ਜਦੋਂ ਇਹ ਸਾਰਾ ਸੰਸਾਰ ਇਸ ਰੂਪ ਵਿੱਚ ਬਦਲਦਾ ਟੁੱਟਦਾ ਦੇਖ ਲਿਆ ਨਾ ਵੀ ਇਹ ਚੀਜ਼ਾਂ ਸਦਾ ਰਹਿਣ ਵਾਲੀਆਂ ਨਹੀਂ ਗਈਆਂ, ਫਿਰ ਚਰਨ ਕਮਲ ਚਿਤ ਲਾਇਆ। ਇੱਥੋਂ ਬੰਦਗੀ ਸ਼ੁਰੂ ਹੋ ਜਾਂਦੀ ਹੈ। ਬੰਦਾ ਫਿਰ ਉਹ ਨਿਸ਼ਚਲ ਆਤਮਕ ਅਵਸਥਾ ਵਾਲੇ ਪਾਸੇ ਵਧਣਾ ਸ਼ੁਰੂ ਹੁੰਦਾ ਹੈ। ਅਹਿਸਾਸ ਤਾਂ ਆ ਉਸ ਕੁਦਰਤ ਦੇ ਹੁਕਮ ਨੂੰ, ਸਾਰ ਤੱਤ ਨੂੰ, ਜਿਹੜਾ ਇਸ ਸਭ ਕਾਸੇ ਨੂੰ ਚਲਾ ਰਿਹਾ ਆ। ਇਹ ਐਕਚੁਅਲ ਲੈਵਲ ਤੇ ਡੀਪ ਦੇਖਿਆ ਜਾਏ ਨਾ, ਇਹ ਖੋਜ ਅੰਦਰ ਦੀ ਹੈ। ਜੇ ਉਸ ਤਰੀਕੇ ਨਾਲ ਦੇਖੋਗੇ ਤੇ ਅੰਦਰ ਹੀ ਸਾਡੇ ਸਟੇਟ ਆਫ ਮਾਈਂਡ ਬਣਾਉਣ ਦੀ ਐਬਿਲਿਟੀ ਪਈ ਹੈ। ਬੰਦੇ ਦੀ ਸੋਚ ਆ ਉਹ ਇਹੋ ਜਿਹੀ ਬਣ ਗਈ, ਮਾੜਾ ਜਿਹਾ ਕੋਈ ਚੀਜ਼ ਟੁੱਟ ਭੱਜ ਗਈ, ਬੰਦਾ ਰੋਂਦਾ, ਕੁਰਲਾਉਂਦਾ, ਤੜਪਦਾ, ਇਹਦੇ 'ਚ ਰਹੀ ਜਾਂਦਾ। ਇੱਕ ਬੰਦਾ ਆ ਜੋ ਮਰਜ਼ੀ ਹੋ ਗਿਆ, ਨੁਕਸਾਨ ਹੋ ਗਿਆ, ਜੋ ਮਰਜ਼ੀ, ਵਿਜ਼ਨ ਹੀ ਡਿਫਰੈਂਟ ਆ, ਅਹਿਸਾਸ ਆ ਗਿਆ ਕੋਈ ਨਾ, ਕਰਤੇ ਦੀ ਖੇਡ ਹੈ, ਚੀਜ਼ਾਂ ਬਣਦੀਆਂ ਨੇ, ਟੁੱਟਦੀਆਂ ਨੇ, ਨਿਸ਼ਚਲ ਬਾਹਰ ਆ ਗਿਆ। ਤੁਸੀਂ ਦੇਖੋ ਜਿਹੜਾ ਸਿੱਖੀ ਦਾ ਪਰਸਪੈਕਟਿਵ ਆ, ਉਹਦੇ ਵਿੱਚ ਕਿਲੇ ਬਣਦੇ ਨੇ, ਗੁਰੂ ਸਾਹਿਬ ਕਮਿਊਨਿਟੀ ਬਿਲਡ ਕਰਦੇ, ਸਭ ਤੇ ਅੱਖਾਂ ਦੇ ਸਾਹਮਣੇ ਸਭ ਕੁਝ ਨੇਸਤ ਹੋ ਜਾਂਦਾ, ਟੁੱਟ ਜਾਂਦਾ। ਮਤਲਬ ਪੂਰੀ ਦੀ ਪੂਰੀ ਕਮਿਊਨਿਟੀ ਨੂੰ ਜ਼ਰਾਇਮ ਪੇਸ਼ਗੀ ਦੇ ਵਿੱਚ ਲਿਆਂਦਾ ਜਾਂਦਾ। ਉਹਨੂੰ ਕਿਹਾ ਜਾਂਦਾ ਕਿ ਇਹਨਾਂ ਨੂੰ ਬਾਗੀ ਐਲਾਨ ਦਿਓ, ਹਕੂਮਤ ਦੇ ਦੁਸ਼ਮਣ, ਮੁੱਲ ਤੱਕ ਪਾਤੇ ਜਾਂਦੇ ਨੇ। ਬੰਦਾ ਤੇ ਸਭ ਨੂੰ ਵੇਖ ਕੇ ਕਹੇਗਾ ਵੀ ਨਾ ਨਾ ਨਾ, ਇਹ ਤੇ ਗੜਬੜੀ ਹੋ ਗਈ ਸਾਰੀ। ਪਰ ਐਕਚੁਅਲ ਲੈਵਲ ਤੇ ਉਹਨਾਂ ਨੂੰ ਅਹਿਸਾਸ ਆ ਇਹ ਸਰੀਰ, ਇਹ ਸਭ ਚੀਜ਼ਾਂ ਸਦਾ ਰਹਿਣ ਵਾਲੀਆਂ ਨੇ। ਅਸੂਲ ਤੇ ਪਹਿਰਾ ਦਿੰਦੇ ਆ, ਅਸੂਲਾਂ ਤੇ ਗੁਰੂ ਸਾਹਿਬ ਨੇ ਕਿਹਾ ਸੀਗਾ ਸੱਚ ਨੂੰ ਪਹਿਰਾ ਦਿੰਦੇ ਆ, ਸੱਚ ਹਮੇਸ਼ਾ ਨਿਭਣ ਵਾਲਾ ਆ। ਉਸ ਕਿਸਮ ਦੀ ਸੋਚ ਆ ਗਈ। ਅਲਟੀਮੇਟਲੀ ਕੀ ਹੋਇਆ? ਜੇਤੂ ਹੋਏ। ਉਸ ਸਮਾਜ ਦੇ ਖਿੱਤੇ ਦੇ ਵਿੱਚ ਜਿਹਦੇ ਨਾਲ ਅੱਜ ਵੀ ਤੁਸੀਂ ਮੈਚ ਕਰੋ ਤੇ ਚੀਜ਼ਾਂ ਮਿਸਮੈਚ ਹੁੰਦੀਆਂ ਨੇ। ਮਤਲਬ ਆਪ ਪੰਜਾਬ ਦੀ ਫਿਜ਼ਾ ਵਿੱਚ ਦੇਖੋ, ਮਿਸ਼ਲਾਂ ਦਾ ਦੌਰ ਰਿਹਾ, ਸਿੱਖ ਰਾਜ ਦਰਬਾਰੇ ਖਾਲਸਾ ਦਾ ਦੌਰ ਰਿਹਾ, ਮਹਾਰਾਜਾ ਰਣਜੀਤ ਸਿੰਘ ਦਾ। ਇਤਨਾ ਸੈਕੂਲਰ ਖਿੱਤਾ, ਕਿਸੇ ਬੰਦੇ ਨੂੰ ਮਜ਼ਹਬ ਕਰਕੇ, ਧਰਮ ਦੀ ਆਸਥਾ ਕਰਕੇ ਉਹਨੂੰ ਨੌਕਰੀ ਤੋਂ ਨਾ ਕੀਤੀ ਗਈ ਹੋਏ, ਉਹਨੂੰ ਮਾਰਿਆ ਗਿਆ ਹੋਏ, ਉਹਨੂੰ ਟੈਕਸ ਲਾਇਆ ਗਿਆ ਹੋਏ, ਉਹਨੂੰ ਜਲੀਲ ਹੀ ਕੀਤਾ ਗਿਆ ਹੋਵੇ ਵੀ ਭਾਈ ਤੇਰਾ ਮਜ਼ਹਬ ਹੋ ਰਿਹਾ ਤੇ ਤੈਨੂੰ ਜਲੀਲ ਕਰਾਂਗੇ ਇਸ ਗੱਲ ਦੇ ਉੱਤੇ। ਨੋ ਵੇ, ਜ਼ੀਰੋ, ਟੋਟਲ, ਨੋਟ ਓਨਲੀ ਟੋਲਰੈਂਸ, ਰਿਸਪੈਕਟ ਫॉर ਈਚ ਅਦਰ। ਅੱਜ ਵੀ ਲੋਕੀ ਕਹਿੰਦੇ ਇੰਨਾ ਆਈਡੀਅਲ ਹੋਣਾ, ਇਟਸ ਟੂ ਗੁੱਡ ਟੂ ਬਿਲੀਵ। ਡੈਮੋਕ੍ਰੇਸੀ ਦੇ ਅੱਜ ਦੇ ਦੌਰ ਦੇ ਵਿੱਚ ਵੀ ਹਾਲਾਤ ਦੇਖੋ ਕੀ ਨੇ। ਉੱਥੇ ਅੱਜ ਵੀ ਦੇਖੋ ਨਾ, ਕਿਰਸਾਨੀ ਦਾ ਮੋਰਚਾ ਚੱਲ ਰਿਹਾ, ਸਾਰਾ ਕੁਝ। ਕਿਉਂ ਕੁੱਟਾਂ ਪੈ ਰਹੀਆਂ ਨੇ ਕਈਆਂ ਨੂੰ? ਸਿਰ ਤੇ ਪੱਗ ਬੰਨੀ ਹੈ, ਕੁੱਟੋ। ਮਤਲਬ ਤੁਹਾਡੇ ਸਾਹਮਣੇ ਹੀ ਕੋਈ ਦੋ ਰਾਵਾਂ ਥੋੜੀ ਨੇ। ਹੁਣ ਇਹ ਜਿਹੜੀ ਚੀਜ਼ ਆ, ਇਹ ਮਿਸਮੈਚ ਕਿਉਂ ਲੱਗਦੀ ਹੈ? ਇਸ ਕਰਕੇ ਲੱਗਦੀ ਹੈ ਕਿਉਂਕਿ ਬੰਦਾ ਸੋਚਦਾ ਹੈ ਵੀ ਐਵੇਂ ਕਿਵੇਂ ਹੋ ਸਕਦਾ ਹੈ। ਭਈ ਹੋ ਸਕਦਾ ਹੈ ਜਦੋਂ ਕਿਸੇ ਨੇ ਇਸ ਲੈਵਲ ਦੀ ਐਕਸਰਸਾਈਜ਼ ਕੀਤੀ ਹੋਏ ਵੀ ਭਲੇ ਬੰਦੇ ਨਾ। ਦੇਖੋ, ਪ੍ਰਾਣੀ ਕਿਆ ਤੇਰਾ ਕਿਆ ਮੇਰਾ, ਜੈਸੇ ਤਰਵਰ ਪੰਖ ਬਸੇਰਾ।
ਇਹ ਹੈ ਨਿਸ਼ਚਲ ਸੋਚ। ਮਹਿਮਾਨ ਆ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤੇ ਧਰਮਸ਼ਾਲਾ ਦੇ ਵਿੱਚ ਤੇ ਕੋਈ ਦਾਵਾ ਨਹੀਂ ਨਾ ਹੁੰਦਾ ਕਿ ਮੇਰੀ ਹੈ ਤੇ ਤੇਰੀ ਨਹੀਂ, ਤੇ ਤੇਰੀ ਹੈ ਤੇ ਇਸ ਤਰੀਕੇ ਨਾ ਨਾ ਨਾ। ਇੱਥੇ ਤੇ ਫਿਰ ਬੰਦੇ ਨੂੰ ਸਮਝ ਆ ਜਾਂਦਾ ਸਭ ਅਧਰੂਵ ਡਿੱਠੇ ਜੀਓ, ਇਹ ਸਭ ਅਧਰੂਵ ਨੇ, ਆਖਿਰਕਾਰ ਸਭ ਨੇ ਵਿਦਾ ਹੋਣਾ ਆ। ਤਾਂ ਚਰਨ ਕਮਲ ਚਿਤ ਲਾਇਆ, ਫਿਰ ਆਦਰਸ਼ ਵੱਡੇ ਹੋ ਜਾਂਦੇ ਨੇ, ਫਿਰ ਉਸ ਰੱਬ ਦਾ ਦਰਬਾਰ ਵੀ ਦਿਸਦਾ ਹੈ, ਉਹ ਚੀਜ਼ਾਂ ਦਿਸਦੀਆਂ ਨੇ। ਕੋਈ ਉਹ ਮਤਲਬ ਕਿਸੇ ਮੈਟਾਫੋਰ ਜਾਂ ਕਿਸੇ ਉਸ ਪੈਰਾਨੋਇਡਸ ਵਾਲੀ ਕੰਡੀਸ਼ਨ ਦੀ ਗੱਲ ਨਹੀਂ ਹੋ ਰਹੀ ਕਿ ਉਹ ਰੱਬ ਦਾ ਦਰਬਾਰ ਦਿਸ ਗਿਆ। ਐਕਚੁਅਲ ਲੈਵਲ ਤੇ ਸੋਚ ਦਾ ਲੈਵਲ ਬਦਲਣ ਦੀ ਗੱਲ ਹੋ ਰਹੀ ਹੈ। ਹੁਣ ਦੂਸਰੀ ਗੱਲ ਅੱਗੇ, ਪ੍ਰਭ ਅਬਿਨਾਸ਼ੀ ਹਉ ਤਿਸ ਕੀ ਦਾਸੀ, ਜਿਹੜਾ ਕਦੀ ਨਾ ਨਾਸ ਹੋਣ ਵਾਲਾ ਉਹਦੀ ਦਾਸੀ ਹੈ, ਉਹਦੀ ਸੇਵਾ 'ਚ ਲੱਗਾ ਆ। ਮਨੁੱਖਤਾ ਰੂਪ ਸਰੂਪ ਬਦਲਦੇ ਰਹਿੰਦੇ ਨੇ, ਤੇ ਇਸ ਕਰਕੇ ਮੈਂ ਇਹਨਾਂ ਚੀਜ਼ਾਂ ਦੇ ਮਗਰ ਪਾਗਲ ਨਹੀਂ ਹੋਣਾ। ਮਾਲਕ ਦਾ ਬਣਾਇਆ ਸੰਸਾਰ ਹੈ, ਉਹਦੇ 'ਚ ਜਿਵੇਂ ਦਾ ਰੋਲ ਹੈ ਮੈਨੂੰ ਰੋਲ ਪਲੇ ਕਰਨਾ ਚਾਹੀਦਾ, ਮੈਨੂੰ ਉਹਦੇ ਅਕੋਰਡਿੰਗਲੀ ਚੱਲਣਾ ਚਾਹੀਦਾ ਹੈਗਾ। ਇਹ ਸਮਝ ਆ ਗਈ। ਪ੍ਰਭ ਅਬਿਨਾਸ਼ੀ ਹੋ ਤਿਸ ਕੀ ਦਾਸੀ, ਮਰੈ ਨਾ ਆਵੈ ਜਾਏ। ਫਿਰ ਕਿਆ ਧਰਮ ਅਰਥ ਕਾਮ ਸਭ ਪੂਰਨ, ਮਨ ਚਿੰਦੀ ਇੱਛ ਪੁਜਾਏ। ਧਰਮ ਅਰਥ ਕਾਮ ਸਭ ਪੂਰਨ। ਧਰਮ ਅਰਥ ਕਾਮ ਮੋਖ, ਚਾਰ ਪਦਾਰਥਾਂ ਦੀ ਗੱਲ ਅਕਸਰ ਅਸੀਂ ਇਹਦੀ ਐਕਸਪਲੇਨੇਸ਼ਨ ਵੀ ਕਰਦੇ ਹੈਗੇ ਆ। ਇਹਦੇ ਮਾਇਨੇ ਸਮਝੋ ਕਿ ਜਦੋਂ ਬੰਦਾ ਜੀਵਨ ਦੀ ਇਹੋ ਜਿਹੀ ਰੁਚੀ ਪੈਦਾ ਕਰੇਗਾ ਸਪਿਰਿਚੁਅਲ ਸਾਈਡ ਤੇ, ਲੱਗੇਗਾ ਕਿ ਸੰਸਾਰ 'ਚ ਪਿਛੜ ਜਾਵਾਂਗੇ। ਬਾਣੀ ਕਹਿੰਦੀ ਪਛੜੋਗੇ ਨਹੀਂ, ਬਲਕਿ ਅੱਗੇ ਲੰਘ ਜਾਓਗੇ। ਮਤਲਬ ਮੁਗਲ ਰਿਹਾ, ਮੁਗਲਾਂ ਨੇ ਬੜਾ ਜ਼ੁਲਮ ਕੀਤਾ ਲੋਕਾਂ ਤੇ, ਬਹੁਤ ਜ਼ੁਲਮ ਕੀਤਾ। ਮੈਂ ਤਾਂ ਇੱਕ ਦਿਨ ਐਕਸਪਲੇਨ ਕਰ ਰਿਹਾ ਸੀਗਾ, ਲੋਕੀ ਤਾਜ ਮਹਿਲ ਨੂੰ ਜਾ ਕੇ ਵੇਖਦੇ ਨੇ ਵੀ ਕਿਆ ਆਲੀਸ਼ਾਨ ਇਮਾਰਤ ਹੈ, ਸ਼ਾਹਜਹਾਂ ਨੇ ਬਣਾਈ ਹੈ। ਕਦੀ ਉਹਦੀ ਹਿਸਟਰੀ ਪੜ੍ਹ ਕੇ ਦੇਖੋ, ਇੱਕ ਇੱਕ ਜਿਹੜੀ ਉੱਥੇ ਸਿਲ ਲੱਗੀ ਹੈ ਨਾ, ਜਿਹੜੀ ਉਹ ਮਾਰਬਲ ਦੀ ਸਲੈਬ ਲੱਗੀ ਇੱਕ ਇੱਕ, ਉਹਦੇ ਉੱਤੇ ਹਜ਼ਾਰਾਂ ਹਜ਼ਾਰਾਂ ਜਾਨਵਰਾਂ ਤੇ ਬੰਦਿਆਂ ਦਾ ਖੂਨ ਲੱਗਾ ਆ, ਤਾਂ ਉਹ ਲੱਗੀ ਉੱਥੇ। That is symbol of the real slavery। ਇਹ ਸਾਰੇ ਇਹ ਹਾਲਤ ਰਹੀ, ਲੁੱਟਣਾ ਖਸੁੱਟਣਾ, ਇਸ ਕਿਸਮ ਦੇ ਨਾਲ ਜ਼ੁਲਮ ਕਰਨਾ। ਜਦੋਂ ਸਿੱਖ ਰਜ਼ੀਮ ਹੋਂਦ ਵਿੱਚ ਆਉਂਦਾ ਪੰਜਾਬ ਦੇ ਖਿੱਤੇ ਦੇ ਵਿੱਚ, ਕੋਈ ਜ਼ੁਲਮ ਨਹੀਂ ਹੁੰਦਾ, ਕੋਈ ਲੁੱਟ ਖੋਹ ਨਹੀਂ ਹੁੰਦੀ, ਕੋਈ ਕਿਸੇ ਕਿਸਮ ਦੇ ਨਾਲ ਲੋਕਾਂ ਦੇ ਜਿਉਣੇ ਨੂੰ, ਬਲਕਿ ਉਹਨਾਂ ਨੂੰ ਤੇ ਹਾਇਰ ਲੈਵਲ ਤੇ ਲਿਆਂਦਾ ਜਾਂਦਾ। ਇਹਦੇ ਨਾਲ ਕਿ ਸਟੇਟ ਗਰੀਬ ਹੋ ਗਈ। ਲੋਕ ਜਦੋਂ ਲੋਕਾਂ ਦੀ ਚੜ੍ਹਤ ਹੋਈ, ਲੋਕਾਂ ਦੇ ਸੁੱਖਾਂ ਦੇ ਸਾਧਨ ਵਧੇ, ਸਟੇਟ ਇੰਨੀ ਕੁ ਅਮੀਰ ਹੋ ਗਈ ਕਿ ਉਸੇ ਵਕਤ ਦਰਬਾਰ ਸਾਹਿਬ ਦੀ ਇਮਾਰਤ ਨੂੰ ਸੋਨੇ ਦਾ ਪੱਤਰਾ ਚੜਿਆ। ਕੋਹਿਨੂਰ ਤੁਹਾਡੇ ਕੋਲ ਆ ਗਿਆ। ਸਭ ਤੋਂ ਅਮੀਰ ਸਟੇਟ ਜਿਹੜੀ ਆਲ ਓਵਰ ਏਸ਼ੀਆ ਦੇ 'ਚ ਉਹ ਬਣ ਗਈ, ਜਿਹਨੂੰ ਅੰਗਰੇਜ਼ ਵੀ ਕਹਿੰਦਾ ਵੀ ਹਾਂ ਭਾਈ ਕਮਾਲ ਹੈ, ਵੀ ਸਲੂਟ ਕਰਨਾ ਬਣਦਾ ਇਹਨਾਂ ਨੂੰ। ਇਹ ਜਿਹੜਾ ਰੂਪ ਆ, ਇਹ ਹੈ ਅਸੂਲਾਂ ਤੇ ਪਹਿਰਾ ਦਿੰਦਿਆਂ ਜੀਵਨ ਨੂੰ ਜਦੋਂ ਜੀਆ ਜਾਏਗਾ। ਹਾਲਾਂਕਿ ਬਾਅਦ ਦੇ ਸਮਾਂ ਜਿਹੜਾ ਲਾਸਟ ਵਾਲੇ ਜਿਹੜੇ 10 ਸਾਲ ਨਿਕਲੇ ਬੁਰਛਾਗਰਦੀ ਦੇ, ਦੇ ਵਰ ਨੋਟ ਆਈਡੀਅਲਸ, ਬਟ ਉਹਦੇ ਵਿੱਚ ਵੀ ਮੰਨਣਾ ਪਏਗਾ ਵੀ ਕਮਜ਼ੋਰੀ ਤੇ ਦੇਖੋ, ਆਪਣੀ ਕਮਜ਼ੋਰੀ ਨੂੰ ਕਦੀ ਲੁਕਾਉਣਾ ਨਹੀਂ ਚਾਹੀਦਾ। ਜਿਹੜੀ ਹਉਮੈ ਤੋਂ ਗੁਰੂ ਸਾਹਿਬ ਨੇ ਬਾਣੀ 'ਚ ਵਾਰ-ਵਾਰ ਕੱਢਿਆ, ਉਹੀ ਹਉਮੈ ਜਦੋਂ ਆ ਕੇ ਵੜ ਗਈ ਤੇ ਫਿਰ ਤੇ ਭਾਈ ਉਸ ਹਉਮੈ ਨੇ ਤਰਬਾਈ ਬਰਬਾਦੀ ਕਰਨੀ ਹੈ ਨਾ, ਬਿਮਾਰੀ ਆ ਉਹ। ਮੈਂ ਤਾਂ ਕਈ ਵਾਰੀ ਬਿਆਨ ਕਰਦਾ ਨਾ ਕਿ ਇਹ ਕੌਮੀ ਨਗਮੇ ਗਾਉਂਦੇ ਆ, ਸ਼ਹਾਦਤਾਂ ਦੀਆਂ ਵੱਡੀਆਂ ਵੱਡੀਆਂ ਨਜ਼ਮਾਂ ਸੁਣਾਉਂਦੇ, ਪੜ੍ਹਨੇ ਆ, ਵਾਰਾਂ ਗਾਉਂਦੇ ਆ, ਕਦੀ ਰਿਐਲਿਟੀ ਦੇ ਨੇੜੇ ਵੀ ਰਹੀਏ। ਜਿਵੇਂ ਦਾਨਿਸ਼ਮੰਦ ਨੇ ਸਾਡੇ ਲਿਖਦੇ, ਉਹ ਕਹਿੰਦਾ ਸਾਡੀ ਬਾਨ ਜਹਾਨੋਂ ਵੱਖਰੀ ਹੈ, ਅਸੀਂ ਜਨਮ ਖੰਡੇ ਤਾਰੋਂ ਧਾਰਿਆ ਹੈ। ਇਹ ਵਿਸਾਖੀ ਗਈ ਹੈ, ਸਿੱਖ ਹੈਰੀਟੇਜ ਮੰਥ 'ਚੋਂ ਲੰਘ ਰਹੇ ਹਾਂ ਇੱਥੇ ਕੈਨੇਡਾ ਦੇ ਵਿੱਚ। ਖੰਡੇ ਦੀ ਪਹੁਲ ਦੇ ਨਾਲ ਸਾਡੀ ਕੌਮੀ ਸ਼ੁਰੂਆਤ ਹੋਈ ਹੈ। ਸਿੱਖ ਖਾਲਸਾ ਸਾਜਨਾ ਦੀ ਜਿਹੜੀ ਬਾਤ ਹੁੰਦੀ ਹੈ, ਉਹ ਕਹਿੰਦੇ ਸਾਡੀ ਬਾਣ ਜਹਾਨੋਂ ਵੱਖਰੀ ਹੈ, ਅਸੀਂ ਜਨਮ ਖੰਡੇ ਧਾਰੋਂ ਧਾਰਿਆ ਹੈ। ਵੇਖੋ ਸ਼ਾਨ, ਜੇ ਕਿਸੇ ਨੇ ਪੱਗ ਲਾਹੀ ਉਸ ਦਾ ਸਿਰ ਉਤਾਰਿਆ ਹੈ। ਮਤਲਬ ਮਰਜੀਵੜਿਆਂ ਦੀ ਕੌਮ ਆ, ਮਾਰਸ਼ਲਿਜ਼ਮ ਇਹਨਾਂ ਦੇ ਅੰਦਰ ਪਿਆ ਆ। ਮਾਹੂ ਲਾ ਕੇ ਰੱਖ ਦਿੱਤੇ, ਜਿੱਧਰ ਪਏ ਮੂੰਹ ਮੋੜ ਕੇ ਰੱਖ ਦਿੱਤਾ, ਭਾਵੇਂ ਮੁਗਲ ਸੀ ਤੇ ਭਾਵੇਂ ਅੰਗਰੇਜ਼ ਸੀ, ਇਸ ਰੂਪ ਦੇ ਵਿੱਚ। ਤੇ ਅਜੇ ਤੱਕ ਵੀ ਤੁਸੀਂ ਦੇਖੋ ਵੀ ਬਿਲਕੁਲ ਜਿਹੜੀ ਰਿਟੈਲੀਏਟ ਕਰਨ ਵਾਲੀ ਗੱਲ ਆ, ਉਹ ਕਮੀ ਤੇ ਕੋਈ ਨਹੀਂ ਨਾ। ਜਿੱਥੇ ਵੀ ਜਿੰਨਾ ਪ੍ਰੈਸ਼ਰਾਈਜ਼ ਕਰਨ ਦੀ ਟਰਾਈ ਕੀਤੀ, ਉਸ ਤੋਂ ਕਈ
ਲੈਵਲ ਤੇ ਵੱਧ ਰਿਟੈਲੀਏਟ ਕੀਤਾ ਫੋਰਸਫੁਲੀ ਉਸ ਰੂਪ ਦੇ। ਉਹ ਕਹਿੰਦਾ ਸਾਡੀ ਬਾਣ ਜਹਾਨੋਂ ਵੱਖਰੀ, ਅਸੀਂ ਜਨਮ ਖੰਡੇ ਤਾਰੋਂ ਤਾਰਿਆ ਹੈ। ਵੇਖੋ ਆਨ ਸ਼ਾਨ ਕਿ ਜੇ ਕਿਸੇ ਨੇ ਪੱਗ ਉਤਾਰੀ ਅਸੀਂ ਉਸ ਦਾ ਸਿਰ ਉਤਾਰਿਆ ਹੈ। ਸਾਡੀ ਸ਼ਾਂਤੀ ਤੇ ਆ ਕੇ ਮੌਤ ਬੋਲੀ, ਸਿਦਕ ਜਿੱਤਿਆ ਹੈ ਤੇ ਆਰਾ ਹਾਰਿਆ ਹੈ। ਐਸਾ ਸਿਦਕ ਕਿ ਆਰਿਆਂ ਦੇ ਦੰਦਿਆਂ ਦੇ ਮੂੰਹ ਮੋੜ ਦਿੱਤੇ। ਉਹ ਕਹਿੰਦਾ ਸਾਡੀ ਸ਼ਾਂਤੀ ਤੇ ਆ ਕੇ ਮੌਤ ਬੋਲੀ, ਸਿਦਕ ਜਿੱਤਿਆ ਹੈ ਤੇ ਆਰਾ ਹਾਰਿਆ ਹੈ। ਉਹ ਸਾਨੂੰ ਅੱਜ ਤੱਕ ਮੌਤ ਵੀ ਨਹੀਂ ਮਾਰ ਸਕੀ। ਜਦੋਂ ਵੀ ਮਾਰਿਆ ਹੈ ਮੈਂ ਨੇ ਮਾਰਿਆ ਹੈ। ਜਦੋਂ ਮੈਂ ਨੱਚਦੀ ਹੈ, ਮੈਂ ਈਗੋ ਅਹੰਕਾਰ, ਉਸ ਸਮੇਂ ਕਰਕੇ ਉਹ ਅਲਾਮਤ ਆਈ। ਅਦਰਵਾਈਜ਼ ਤੁਸੀਂ ਅਸੂਲਾਂ ਤੇ ਪਹਿਰਾ ਦਿਓ, ਸੱਚ ਦੇ ਖੋਜੀ ਹੋਵੋ, ਧਰਮ ਅਰਥ ਕਾਮ ਸਭ ਪੂਰਨ ਮਨ ਚਿੰਦੀ ਇੱਛ ਪੁਜਾਏ। ਫਿਰ ਕਿਆ ਸ਼ਰੁਤ ਸਿਮਰਤ ਗੁਣ ਗਾਵੇਂ ਕਰਤੇ ਸਿੱਧ ਸਾਧਕ ਮੁਨ ਜਨ ਧਿਆਇਆ। ਲਫ਼ਜ਼ ਹੈ ਸ਼ਰੁਤੀ, ਤੱਤੇ ਨੂੰ ਸਿਆਰੀ ਪਈ ਹੈ, ਸੰਸਕ੍ਰਿਤ ਦਾ ਲਫ਼ਜ਼ ਹੈ। ਵੇਦਾਂ ਦੇ ਛੋਟੇ ਜਿਹੇ ਹਿੱਸੇ ਨੂੰ ਸ਼ਰੁਤੀ ਕਿਹਾ ਜਾਂਦਾ, ਬਹੁਤ ਛੋਟੇ, ਜਿਹਨੂੰ ਸ਼ਲੋਕ ਕਹਿ ਦਿੰਦੇ ਕਈ ਵਾਰੀ ਅਸੀਂ। ਇਹ ਸ਼ਰੁਤੀ ਹੀ ਐਕਚੁਅਲ ਲੈਵਲ ਤੇ ਫਿਰ ਕਨਵਰਟ ਹੁੰਦੀ ਹੈ ਸਰੋਤ ਤੇ ਸੁਰਤ ਦੇ ਵਿੱਚ। ਇਹ ਬਹੁਤ ਡੀਪ ਲੈਵਲ ਦੇ ਮਾਇਨੇ ਨੇ ਇਸ ਤਰੀਕੇ ਨਾਲ। ਸਮ੍ਰਿਤੀ ਜਿਹੜੀ ਹੈ ਇਹ ਵੇਦਾਂ ਦਾ ਨਿਚੋੜ ਹੈ। ਇਹਦੇ ਵਿੱਚ ਚੰਗੀਆਂ ਗੱਲਾਂ ਵੀ ਨੇ, ਨੋ ਡਾਊਟ। ਗੁਰੂ ਸਾਹਿਬ ਕਹਿੰਦੇ ਵੇਦਾਂ ਮੈਂ ਨਾਮ ਉੱਤਮ ਸੋ ਸੁਣਿਆ ਨਾਹੀਂ, ਫਿਰ ਐ ਜੋ ਬੇਤਾਲਿਆ। ਇਹਦੇ 'ਚ ਵੈਦਿਕ ਫਲਸਫੇ ਵਿੱਚ ਹੀ ਸਾਰਾ ਵਰਣ ਵੰਡ ਪਿਆ ਆ। ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼ ਦਾ ਕੌਨਸੈਪਟ ਜਿਹੜਾ ਆ। ਬ੍ਰਾਹਮਣ ਉੱਚਾ ਹੈ, ਖੱਤਰੀ ਛੋਟਾ ਹੈ, ਫਿਰ ਵੈਸ਼, ਫਿਰ ਸ਼ੂਦਰ ਸਭ ਤੋਂ ਨੀਵਾਂ। ਮਨੁੱਖ ਨੂੰ ਮਨੁੱਖ ਤੋਂ ਵਿਤਕਰਾ ਕਰਨ ਦੀ ਚੀਜ਼ ਵੀ ਆ ਗਈ ਉਹਦੇ ਵਿੱਚ। ਸੋ ਇਸ ਰੂਪ ਦੇ ਵਿੱਚ ਇਹਨੂੰ ਗੁਰਮਤਿ ਨੇ ਕਿਹਾ ਵੀ ਇਹ ਆਈਡੀਅਲ ਨਹੀਂ ਹੋ ਸਕਦਾ। ਹਾਂ, ਚੰਗੀਆਂ ਗੱਲਾਂ ਜਿੱਥੇ ਹੈਗੀਆਂ ਉਹਦਾ ਸਤਿਕਾਰ ਕਰੋ ਭਾਈ। ਇੱਥੇ ਬਚਨ ਆਇਆ ਤੁਸੀਂ ਕਲਾਸਿਕ ਤੋਂ ਕਲਾਸਿਕ ਰਚਨਾ ਪੜ੍ਹ ਕੇ ਵੇਖ ਲਓ, ਪੁਰਾਣੀ ਤੋਂ ਪੁਰਾਣੀ। ਸ਼ਰੁਤ ਸਿਮਰਤ ਗੁਣ ਗਾਵੇਂ ਕਰਤੇ, ਉਹ ਵੀ ਉਸ ਰੱਬ ਦੇ ਗੁਣ ਗਾਉਂਦੇ ਦਿਸਣਗੇ ਤੁਹਾਨੂੰ। ਫਿਰ ਕਿਹਾ ਸਿੱਧ ਸਾਧਕ ਮੁਨਜਨ ਧਿਆਇਆ, ਉਹ ਵੀ ਇਸੇ ਖੋਜਣ ਵਾਲੀ ਬਿਰਤੀ ਤੇ ਜ਼ੋਰ ਦੇਣਗੇ। ਸਿੱਧ ਸਾਧਕ ਮੁਨਜਨ ਲੋਕ ਜਿਹੜੇ ਨੇ, ਨਾਨਕ ਸ਼ਰਨ ਕਿਰਪਾ ਨਿਤ ਸੁਆਮੀ ਵੱਡ ਭਾਗੀ ਹਰ ਹਰ ਗਾਇਆ। ਇਹ ਨਾਨਕ ਕਹੇ ਮੈਂ ਉਹਦੀ ਸ਼ਰਨ ਆਇਆ ਜੋ ਕਿਰਪਾ ਦਾ ਦਾਤਾ ਹੈ, ਵੱਡ ਭਾਗੀ ਹਰ ਹਰ ਗਾਇਆ। ਪਰ ਇਹ ਬਾਤ ਉਦੋਂ ਹੀ ਪੋਸੀਬਲ ਹੈ ਜਦੋਂ ਵੱਡੇ ਭਾਗਾਂ ਨਾਲ ਉਹਦੇ ਗੁਣਗਾਨ ਕਰਨ ਦਾ ਸਾਨੂੰ ਸਮਝ ਆ ਜਾਏ। ਉਹਦੇ ਨਾਲ ਸਾਡੀ ਜੀਵਨ ਜਾਂਚ ਬਦਲ ਸਕਦੀ ਹੈ। ਸਾਹਿਬ ਰਹਿਮਤ ਕਰਨ, ਇਹਨਾਂ ਆਲਮੀ ਵਾਕਿਆਂ 'ਚੋਂ ਚੰਗੇਰੀ ਪ੍ਰੇਰਣਾ ਮਿਲੇ, ਗੁਰਮਤੀਏ ਹੋ ਸਕੀਏ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ ਭੁੱਲਾਂ ਗਲਤੀਆਂ ਨਾਲ ਚਤਾਰਿਓ ਜੇ। ਤੁਹਾਡੇ ਵੀਰ ਆਏ ਨੇ ਅਗਲਾ ਸਮਾਗਮ ਤੁਹਾਡੇ ਨਾਲ ਸਾਂਝਾ ਕਰਨਗੇ। ਕਰਸਾਨੀ ਨਾਲ ਜੂਝ ਰਹੇ ਮਾਈ ਭਾਈ ਦੀ ਚੜ੍ਹਦੀ ਕਲਾ ਹੋਏ, ਉਹਦੀ ਅਰਦਾਸ ਕਰਦਿਆਂ ਹੋਇਆਂ ਸਭ ਪ੍ਰੇਮ ਕਹਿਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।